ਅੱਜ ਦੇ ਸਮਾਗਮ ਜੂਨ 1984 ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਉਹਨਾਂ ਦੀ ਯਾਦ ਵਿੱਚ ਸਮਰਪਿਤ ਹਨ। ਹੁਣ ਆਪ ਜੀ ਨੂੰ ਪੰਥ ਪ੍ਰਸਿੱਧ ਪੰਥ ਦੇ ਇਤਿਹਾਸਕਾਰ ਭਾਈ ਅਜਮੇਰ ਸਿੰਘ ਕਰੀਬ ਇੱਕ ਵਜੇ ਤੱਕ ਆਪ ਜੀ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਉਵੇਂ ਤਾਂ ਭਾਈ ਸਾਹਿਬ ਜੀ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ ਹਨ, ਪਰ ਫਿਰ ਵੀ ਸਟੇਜ ਦੀ ਸੇਵਾ ਨਿਭਾਉਂਦਿਆਂ ਹੋਇਆਂ ਮੇਰਾ ਫਰਜ਼ ਹੈ ਭਾਈ ਸਾਹਿਬ ਜੀ ਹੋਰਾਂ ਦੀ ਜਾਣ ਪਛਾਣ ਆਪ ਜੀ ਨਾਲ ਕਰਵਾਵਾਂ। ਭਾਈ ਸਾਹਿਬ ਜੀ ਇਸ ਸਮੇਂ ਕਰੀਬ 74-75 ਸਾਲ ਦੀ ਉਮਰ ਹੈ ਭਾਈ ਸਾਹਿਬ ਜੀ ਦੀ। ਭਾਈ ਸਾਹਿਬ ਜੀ ਨੇ ਆਪਣਾ ਸੰਘਰਸ਼ਮਈ ਜੀਵਨ 1970 ਦੇ ਵਿੱਚ ਸ਼ੁਰੂ ਕੀਤਾ, ਜਦੋਂ ਉਹ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਵਿਖੇ ਇਲੈਕਟ੍ਰੀਕਲ ਦੀ ਇੰਜੀਨੀਅਰਿੰਗ ਕਰ ਰਹੇ ਸਨ। ਉਸ ਤੋਂ ਉਪਰੰਤ ਕਰੀਬ 10 ਸਾਲ ਉਹਨਾਂ ਨੇ ਰੂਹ ਪੋਸ਼ੀ ਦਾ ਜੀਵਨ ਬਤੀਤ ਕੀਤਾ ਸੰਘਰਸ਼ ਕਰਦਿਆਂ ਹੋਇਆਂ, ਪਰ ਜੂਨ 1984 ਦੇ ਸਾਕੇ ਨੇ ਉਹਨਾਂ ਦੇ ਜੀਵਨ ਦੇ ਵਿੱਚ ਇੱਕ ਵੱਖਰਾ ਮੋੜ ਲੈ ਕੇ ਆਂਦਾ। ਉਪਰੰਤ ਪੰਥਕ ਕਾਰਜਾਂ ਦੇ ਵਿੱਚ ਪੰਥਕ ਸੇਵਾਵਾਂ ਦੇ ਵਿੱਚ ਰੁੱਝ ਗਏ ਤਾਂ ਪੰਥ ਨੂੰ ਕਰੀਬ 7 ਦੇ ਕਰੀਬ ਕਿਤਾਬਾਂ ਪੰਥ ਦੀ ਝੋਲੀ ਪਾਈਆਂ, ਜਿਨ੍ਹਾਂ ਦੇ ਵਿੱਚ 1984 ਅਣਚਿਤ ਵਿਆਹ ਕਹਿਰ, ਗਦਰੀ ਬਾਬੇ ਕੌਣ ਸਨ, ਕਿਸ ਬਿਦਰੋਲੀ ਪਾਤਸ਼ਾਹੀ, ਭਾਈ ਜਸਵੰਤ ਸਿੰਘ ਜੀ ਖਾਲੜਾ, ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ, 20ਵੀਂ ਸਦੀ ਦੀ ਸਿੱਖ ਰਾਜਨੀਤੀ। ਹੁਣ ਵੀ ਭਾਈ ਸਾਹਿਬ ਇੱਕ ਹੋਰ ਕਿਤਾਬ 'ਤੇ ਕੰਮ ਕਰ ਰਹੇ ਹਨ, ਆਉਣ ਵਾਲੇ ਸਮੇਂ ਦੇ ਵਿੱਚ ਸੰਗਤਾਂ ਦੇ ਰੂਬਰੂ ਕੀਤੀ ਜਾਵੇਗੀ। ਸੋ ਹੁਣ ਮੈਂ ਭਾਈ ਸਾਹਿਬ ਜੀ ਨੂੰ ਬੇਨਤੀ ਕਰਦਾ 1 ਵਜੇ ਤੱਕ ਆਪ ਜੀ ਦੇ ਨਾਲ ਜੂਨ 1984 ਦੇ ਸੰਬੰਧ ਦੇ ਵਿੱਚ ਵਿਚਾਰਾਂ ਦੀ ਸਾਂਝ ਪਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਦਸਮ ਪਾਤਸ਼ਾਹ ਵੱਲੋਂ ਬਖਸ਼ੀ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। (1984) ਤੋਂ ਬਾਅਦ ਹਰ ਸਾਲ ਕੌਮ ਆਪਣਾ ਜਿਹੜਾ ਇਹ ਦਿਹਾੜਾ ਹੈ ਜਾਂ ਇੱਕ ਹਫ਼ਤਾ ਹੈ, ਇਹ ਜੂਨ ਦਾ ਪਹਿਲਾ ਹਫ਼ਤਾ, ਇਸ ਪ੍ਰਥਾ ਇਹ ਸਮਾਗਮ ਕੀਤੇ ਜਾਂਦੇ ਨੇ। ਕਿਤੇ ਸੈਮੀਨਾਰ ਹੁੰਦੇ ਨੇ, ਕਿਤੇ ਦੀਵਾਨ ਸਜਦੇ ਨੇ, ਕਿਤੇ ਨਗਰ ਕੀਰਤਨ ਕੀਤੇ ਜਾਂਦੇ ਨੇ, ਕਿਤੇ ਵਿਚਾਰ ਚਰਚਾ ਕੀਤੀ ਜਾਂਦੀ ਹੈ। ਸੋ ਇਹ ਸਿਲਸਿਲਾ 1985 ਤੋਂ ਸ਼ੁਰੂ ਹੋ ਕੇ ਅੱਜ ਤੱਕ ਲਗਾਤਾਰ ਚੱਲ ਰਿਹਾ ਹੈ। ਹੁਣ ਕੁਝ ਸਮੇਂ ਤੋਂ ਪਿਛਲੇ ਕੁਝ ਕੁ ਸਾਲਾਂ ਦੌਰਾਨ ਕੁਝ ਨਵੀਆਂ ਕਿਤਾਬਾਂ ਸਾਹਮਣੇ ਆਈਆਂ, ਕਿਉਂਕਿ ਜਦੋਂ ਇਹ ਕਾਂਡ ਵਰਤਿਆ ਸੀਗਾ ਤਾਂ ਉਹ ਤੋਂ ਇੱਕਦਮ ਬਾਅਦ ਜੋ ਕਿਤਾਬਾਂ ਆਈਆਂ ਮਾਰਕੀਟ ਵਿੱਚ ਸੁੱਟੀਆਂ ਗਈਆਂ, ਉਹ ਕਿਤਾਬਾਂ ਜਿਨ੍ਹਾਂ ਨੇ ਜ਼ੁਲਮ ਕੀਤਾ ਉਹਨਾਂ ਦੇ ਨੁਕਤਾ ਨਜ਼ਰ ਤੋਂ ਹੀ ਲਿਖੀਆਂ ਗਈਆਂ ਸੀ। ਉਸ ਜ਼ੁਲਮ ਨੂੰ ਵਾਜਬ ਠਹਿਰਾਉਣ ਵਾਸਤੇ ਤੇ ਸੰਤ ਜਰਨੈਲ ਸਿੰਘ ਤੇ ਉਹਨਾਂ ਦੇ ਜੁਝਾਰੂ ਸਾਥੀਆਂ ਨੂੰ ਦੋਸ਼ੀ ਜਾਂ ਗਲਤ ਸਾਬਤ ਕਰਨ ਵਾਸਤੇ। ਸੋ ਕੁਦਰਤੀ ਤੌਰ ਤੇ ਉਹਨਾਂ ਕਿਤਾਬਾਂ ਦੇ ਵਿੱਚ ਮਣਾ ਮੂੰਹੀ ਝੂਠ ਬੋਲਿਆ ਗਿਆ ਸੀ। ਕੋਈ ਇੱਕ ਕਿਤਾਬ ਨਹੀਂ, ਅਨੇਕਾਂ ਹੀ ਕਿਤਾਬਾਂ ਲਿਖੀਆਂ, ਪੰਜਾਬੀ 'ਚ ਵੀ ਲਿਖੀਆਂ, ਅੰਗਰੇਜ਼ੀ 'ਚ ਵੀ ਲਿਖੀਆਂ। ਫਿਰ ਉਹ ਬਹੁਤ ਵੱਡੀ ਪੱਧਰ 'ਤੇ ਪ੍ਰਚਾਰੀਆਂ ਗਈਆਂ, ਵੰਡੀਆਂ ਗਈਆਂ, ਧਮਾਈਆਂ ਗਈਆਂ, ਤਾਂ ਕਿ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਵਸਾ ਦਿੱਤੀ ਜਾਵੇ ਕਿ ਜੋ ਵੀ ਨੁਕਸਾਨ ਹੋਇਆ, ਸਾਨੂੰ ਵੀ ਦੁੱਖ ਹੈ ਉਹਦਾ ਦਰਬਾਰ ਸਾਹਿਬ ਦੇ, ਪਰ ਉਸ ਨੁਕਸਾਨ ਲਈ ਜ਼ਿੰਮੇਵਾਰ ਕੌਣ ਹੈ। ਸੋ ਵਿਕਟਮ ਨੂੰ ਹੀ ਜ਼ਿੰਮੇਵਾਰ ਠਹਿਰਾਉਣਾ, ਇਹ ਉਹਨਾਂ ਨੇ ਬਹੁਤ ਵੱਡੀ ਪੱਧਰ 'ਤੇ ਜਥੇਬੰਦਕ ਰੂਪ ਦੇ ਵਿੱਚ ਇਹ ਕੰਮ ਕੀਤਾ ਉਹਨਾਂ ਨੇ। ਅੱਜ ਜਿਹੜੇ ਬੰਦਿਆਂ ਨੂੰ ਉਹਨਾਂ ਸਮਿਆਂ ਦੇ ਵਿੱਚ ਪੂਰੀ ਸੋਝੀ ਨਹੀਂ ਹੋਣੀ, ਉਹਨਾਂ ਨੂੰ ਸ਼ਾਇਦ ਇਸ ਗੱਲ ਦਾ ਪਤਾ ਨਾ ਹੋਵੇ ਕਿ ਲੋਕਾਂ ਦੇ ਉੱਤੇ ਉਸ ਪ੍ਰਾਪੇਗੰਡੇ ਦਾ ਅਸਰ ਵੀ ਹੋਇਆ ਸੀ, ਸਿੱਖਾਂ 'ਤੇ ਵੀ ਹੋਇਆ ਸੀ।
ਅਸੀਂ ਉਦੋਂ ਪਿੰਡਾਂ ਦੇ ਵਿੱਚ ਹੀ ਵਿਚਰ ਰਹੇ ਸੀਗੇ, ਜਾਂਦੇ ਸੀ ਲੋਕਾਂ ਕੋਲੇ ਤੇ ਦੇਖਦੇ ਸੀ ਕਿ ਲੋਕ ਬੜੀ ਬਹਿਸ ਕਰਦੇ ਸੀ ਇਸ ਗੱਲ ਤੇ। ਦੋ ਗੱਲਾਂ ਕਹਿ ਰਹੇ ਸੀ ਜ਼ਿਆਦਾ ਉਹ। ਇੱਕ ਤਾਂ ਇਹ ਕਿ ਸੰਤ ਜਰਨੈਲ ਸਿੰਘ ਨੂੰ ਕਾਂਗਰਸ ਨੇ ਖੜਾ ਕੀਤਾ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ। ਇਹ ਬਿਰਤਾਂਤ ਪੱਤਰਕਾਰਾਂ ਨੇ ਕੁਛ ਨੇ ਸਿਰਜਿਆ, ਵਿਦਵਾਨਾਂ ਨੇ ਸਿਰਜਿਆ ਤੇ ਅਕਾਲੀਆਂ ਨੇ ਰਲ ਕੇ ਸਿਰਜਿਆ। ਉਸ ਮੌਕੇ ਇਹਦਾ ਅਸਰ ਕਾਫੀ ਸੀ। ਪੜ੍ਹੇ ਲਿਖੇ ਲੋਕਾਂ ਤੋਂ ਲੈ ਕੇ ਕੁਛ ਕੁ ਪੇਂਡੂ ਲੋਕਾਂ ਤੱਕ। ਦੂਜੀ ਗੱਲ ਉਹਨਾਂ ਨੇ ਇਹ ਕੀਤੀ ਜਿਹੜੀ ਗੱਲ ਨੂੰ ਲੋਕਾਂ ਤੇ ਬਹੁਤ ਅਸਰ ਪਿਆ ਉਸ ਮੌਕੇ, ਕਿ ਦਰਬਾਰ ਸਾਹਿਬ ਦੇ ਅੰਦਰ ਹਥਿਆਰ ਲੈ ਕੇ ਜਾਣਾ, ਉੱਥੇ ਮੋਰਚੇਬੰਦੀ ਕਰਨੀ ਤੇ ਉਹਨੂੰ ਲੜਾਈ ਦਾ ਮੈਦਾਨ ਬਣਾਉਣ ਲਈ ਵਰਤਣਾ, ਇਹ ਧਰਮ ਦੇ ਅਸੂਲਾਂ ਦੇ ਉਲਟ ਹੈ। ਉਹ ਤਾਂ ਇੱਕ ਧਾਰਮਿਕ ਜਗ੍ਹਾ ਹੈ, ਰੱਬ ਦੀ ਜਗ੍ਹਾ ਹੈ, ਉਹ ਇਹਨਾਂ ਕੰਮਾਂ ਵਾਸਤੇ ਨਹੀਂ ਹੋਣੀ ਚਾਹੀਦੀ। ਜਦੋਂ ਸਾਡੇ ਵਰਗੇ ਲੋਕਾਂ ਵੱਲੋਂ ਇਹ ਹਵਾਲਾ ਦਿੱਤਾ ਜਾਂਦਾ ਸੀ ਕਿ ਇਤਿਹਾਸ ਦੇ ਵਿੱਚ ਦੇਖੋ ਹਮੇਸ਼ਾ ਹੀ ਦਰਬਾਰ ਸਾਹਿਬ ਜਿਹੜਾ ਹੈ ਉਹ ਜੰਗ ਦਾ ਕੇਂਦਰ ਰਿਹਾ। 18ਵੀਂ ਸਦੀ ਦੇ ਵਿੱਚ ਵੀ ਜਦੋਂ ਸਿੰਘ ਲੜਦੇ ਸੀ, ਹਰ ਵਿਸਾਖੀ ਤੇ ਹਰ ਦੀਵਾਲੀ ਤੇ ਨੇਮ ਨਾਲ ਉੱਥੇ ਆਉਂਦੇ ਸੀ, ਇਕੱਠੇ ਹੁੰਦੇ ਸੀ, ਗੁਰਮਤੇ ਕਰਦੇ ਸੀ। ਦੁਸ਼ਮਣ ਫਿਰ ਹਮਲਾ ਕਰਦਾ ਸੀ। ਸੋ ਦਰਬਾਰ ਸਾਹਿਬ ਹਮਲੇ ਦਾ ਨਿਸ਼ਾਨਾ ਹੁੰਦੇ ਰਹੇ, ਸਿਰਫ ਇਸ ਕਰਕੇ ਕਿ ਇੱਥੋਂ ਵਿਦਰੋਹ ਦੀ ਆਵਾਜ਼ ਉੱਠਦੀ ਹੈ, ਬਗਾਵਤ ਦੀ ਆਵਾਜ਼ ਉੱਠਦੀ ਹੈ, ਜ਼ੁਲਮ ਦੇ ਵਿਰੁੱਧ ਆਵਾਜ਼ ਉੱਠਦੀ ਹੈ। ਹੋਰ ਦੁਨੀਆ ਵਿੱਚ ਕਿਸੇ ਧਾਰਮਿਕ ਸਥਾਨ ਤੋਂ ਇਸ ਤਰ੍ਹਾਂ ਨਹੀਂ ਹੁੰਦਾ ਸੀ। ਇਸ ਕਰਕੇ ਉਹ ਧਾਰਮਿਕ ਸਥਾਨ ਹੋਰ ਤਰ੍ਹਾਂ ਸੀ, ਇਹ ਧਾਰਮਿਕ ਸਥਾਨ ਹੋਰ ਤਰ੍ਹਾਂ ਦਾ ਸੀ। ਜਦੋਂ ਅਸੀਂ ਇਹ ਹਵਾਲੇ ਦਿੰਦੇ ਸੀ ਤਾਂ ਅਕਸਰ ਇਹ ਦਲੀਲ ਦਿੱਤੀ ਜਾਂਦੀ ਸੀ ਕਿ ਉਹ ਸਮਾਂ ਹੋਰ ਸੀ, ਅੱਜ ਦਾ ਸਮਾਂ ਹੋਰ ਹੈ। ਅੱਜ ਤੁਸੀਂ ਆਪਦੀ ਗੱਲ ਲਿਜਾ ਸਕਦੇ ਹੋ ਲੋਕਾਂ ਤੱਕ ਹੋਰ ਸਾਧਨਾਂ ਰਾਹੀਂ, ਵੋਟਾਂ ਰਾਹੀਂ ਆਪਦੀ ਤੁਸੀਂ ਰਾਏ ਜ਼ਾਹਰ ਕਰ ਸਕਦੇ ਹੋ, ਤੁਸੀਂ ਸਰਕਾਰਾਂ ਬਣਾ ਸਕਦੇ ਹੋ, ਸਰਕਾਰਾਂ ਹਟਾ ਸਕਦੇ ਹੋ। ਉਸ ਮੌਕੇ ਤਾਂ ਕੋਈ ਜਮਹੂਰੀਅਤ ਹੀ ਨਹੀਂ ਸੀ, ਜੰਗਾਂ ਤੋਂ ਬਿਨਾਂ, ਹਥਿਆਰਾਂ ਤੋਂ ਬਿਨਾਂ। ਅੱਜ ਹਥਿਆਰਾਂ ਦਾ ਕੀ ਮਤਲਬ? ਇਹ ਦਲੀਲ ਦਾ ਅਸਰ ਬਹੁਤ ਜ਼ਿਆਦਾ ਸੀ। ਇਸ ਦਲੀਲ ਨੂੰ ਕੱਟਣ ਵਾਸਤੇ ਬਹੁਤ ਜ਼ੋਰ ਲੱਗਿਆ। ਉਸ ਮੌਕੇ ਜਦੋਂ ਅਸੀਂ ਕੋਈ ਸੈਮੀਨਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਸੈਮੀਨਾਰਾਂ 'ਚ ਬਹੁਤ ਘੱਟ ਲੋਕ ਆ ਕੇ ਜੁੜਦੇ ਸੀਗੇ। ਸੋ ਇਸ ਕਰਕੇ ਜਿਹੜੀ ਮੈਂ ਪਹਿਲੀ ਕਿਤਾਬ ਲਿਖੀ ਸੀ 20ਵੀਂ ਸਦੀ ਦੀ ਸਿੱਖ ਰਾਜਨੀਤੀ, ਉਹ ਇਸੇ ਗੱਲ ਨੂੰ ਧਿਆਨ 'ਚ ਰੱਖ ਕੇ ਕੀਤੀ ਗਈ ਸੀ ਕਿ ਜਿਹੜਾ ਇਹ ਪ੍ਰਾਪੇਗੰਡਾ ਚੱਲ ਰਿਹਾ ਸਾਰਾ, ਇਹਦਾ ਦਲੀਲ ਦੀ ਪੱਧਰ ਤੇ, ਤੱਥਾਂ ਦੀ ਪੱਧਰ ਤੇ ਇੱਕ ਜਵਾਬ ਦਿੱਤਾ ਜਾਵੇ ਤੇ ਉਹਨਾਂ ਨੂੰ ਨਿਰਉੱਤਰ ਕੀਤਾ ਜਾਵੇ। ਸੋ ਇੱਥੋਂ ਹੌਲੀ ਹੌਲੀ ਗੱਲ ਚੱਲਦੀ ਅੱਜ ਆਪਾਂ ਦੇਖ ਰਹੇ ਹਾਂ। ਅੱਜ ਕੋਈ ਵੀ ਇਹ ਗੱਲ ਕਹਿਣ ਦੀ ਜ਼ਰੂਰਤ ਨਹੀਂ ਕਰਦਾ ਕਿ ਸੰਤਾਂ ਨੇ ਕੋਈ ਉੱਥੇ ਜਾ ਕੇ ਗਲਤੀ ਕੀਤੀ ਜਾਂ ਸੰਤ ਵੀ ਦੋਸ਼ੀ ਸੀ। ਹੈ ਤਾਂ ਹੁਣ ਜੇ ਆਪਾਂ ਇੱਥੇ ਇਹ ਗੱਲ ਛੋਈਏ ਤਾਂ ਕਾਫੀ ਲੰਬੀ ਚਲੀ ਜਾਊ, ਕਿਉਂਕਿ ਦਿਮਾਗਾਂ ਦੇ ਵਿੱਚ ਕਿਤੇ ਨਾ ਕਿਤੇ ਇਹ ਗੱਲ ਬੜੀ ਪਈ ਹੈ ਕਿ ਲੜਾਈ ਲੜਨੀ ਸੀ, ਬਾਹਰ ਲੜ ਲੈਂਦੇ। ਦਰਬਾਰ ਸਾਹਿਬ ਤੇ ਆਉਣ ਦੀ ਕੀ ਲੋੜ ਸੀ? ਸੰਤਾਂ ਨੂੰ ਲੜਨ ਦਾ ਸ਼ੌਕ ਨਹੀਂ ਸੀ। ਦਮਦਮੀ ਟਕਸਾਲ ਕਿੰਨੇ ਚਿਰ ਤੋਂ ਲਗਾਤਾਰ ਬੜੇ ਅਮਨ ਅਮਾਨ ਨਾਲ ਧਰਮ ਪ੍ਰਚਾਰ ਦਾ ਕਾਰਜ ਕਰ ਰਹੀ ਸੀ। ਉਹਨਾਂ ਨੇ ਤਾਂ ਕਦੇ ਰਾਜਨੀਤੀ 'ਚ ਕੋਈ ਦਿਲਚਸਪੀ ਨਹੀਂ ਸੀ ਲਈ, ਕੋਈ ਦਖਲ ਨਹੀਂ ਸੀ ਦਿੱਤਾ। ਉਹ ਤਾਂ ਇੱਕੋ ਹੀ ਗੱਲ, ਪਿੰਡਾਂ ਪਿੰਡ ਜਾ ਕੇ, ਸ਼ਹਿਰ ਸ਼ਹਿਰ ਜਾ ਕੇ ਲੋਕਾਂ ਦੇ ਮਨਾਂ ਦੇ ਵਿੱਚ ਆਪਣੇ ਗੁਰੂ ਪ੍ਰਤੀ ਤੇ ਧਰਮ ਪ੍ਰਤੀ ਪ੍ਰੇਮ ਪੈਦਾ ਕਰਨ ਦੇ ਯਤਨ ਕਰ ਰਹੇ ਸੀਗੇ। ਇਹ ਕੰਮ ਉਹਨਾਂ ਨੇ ਬਹੁਤ ਲੰਮੇ ਚਿਰ ਤੋਂ ਸ਼ੁਰੂ ਕੀਤਾ ਹੋਇਆ ਸੀ।
ਤੇ ਉਹ ਕਰਦੇ ਤੁਰੇ ਆਉਂਦੇ ਸੀ। ਸੋ ਇਹ ਜਿਹੜਾ ਮੋੜ ਕੱਟਿਆ ਇਤਿਹਾਸ ਨੇ ਇੱਕ ਵੱਡਾ, ਇਹ 1978 ਦੇ ਵਿੱਚ ਕੱਟਿਆ। ਹੁਣ 78 ਦੀ ਘਟਨਾ ਵੀ ਆਪਣੇ ਆਪ ਕੋਈ ਅਚਾਨਕ ਨਹੀਂ ਸੀ ਵਾਪਰ ਗਈ। ਬੰਦਿਆਂ ਨੂੰ ਪਤਾ ਹੋਣਾ ਕਿ ਬਹੁਤ ਚਿਰ ਤੋਂ ਇੱਕ ਨਿਰੰਕਾਰੀ ਮਿਸ਼ਨ ਚੱਲ ਰਿਹਾ ਸੀ, ਜਿਹਨੂੰ ਪਹਿਲਾਂ ਕੋਈ ਜਾਣਦਾ ਵੀ ਨਹੀਂ ਸੀ। ਮੁੱਠੀ ਭਰ ਲੋਕ ਕਿਤੇ ਹੁੰਦੇ ਸੀਗੇ। ਫਿਰ ਉਸ ਨਿਰੰਕਾਰੀ ਮਿਸ਼ਨ ਦੀ ਪੁਸ਼ਤ ਪਨਾਹੀ ਹੋਈ ਕੇਂਦਰ ਦੀ ਸਰਕਾਰ ਵੱਲੋਂ। ਦਿੱਲੀ ਦੇ ਵਿੱਚ ਉਹਨਾਂ ਦਾ ਆਲੀਸ਼ਾਨ ਕੇਂਦਰ ਬਣਿਆ, ਬਹੁਤ ਵੱਡਾ ਬਿਲਡਿੰਗ ਬਣੀ, ਇਮਾਰਤ ਬਣੀ ਸ਼ਾਨਦਾਰ। ਉਹ ਇੱਕ ਹੈੱਡਕੁਆਟਰ ਬਣਾ ਕੇ ਉਹਨਾਂ ਨੇ ਬਹੁਤ ਵੱਡੀ ਪੱਧਰ ਤੇ ਸਰਗਰਮੀਆਂ ਕੀਤੀਆਂ। ਹੁਣ ਕੋਈ ਕਹਿ ਸਕਦਾ ਵੀ ਕਿ ਸਾਨੂੰ ਇਸ ਗੱਲ ਤੇ ਕੀ ਇਤਰਾਜ਼, ਕੋਈ ਜਿਹਨੂੰ ਜਿਵੇਂ ਠੀਕ ਲੱਗਦਾ ਉਸ ਤਰ੍ਹਾਂ ਕੰਮ ਕਰ ਸਕਦਾ ਹੈ, ਪਰ ਨਹੀਂ, ਇਤਰਾਜ਼ ਹੁੰਦਾ ਹੈ। ਇਹ ਖੁੱਲ੍ਹ ਖੇਡ ਨਹੀਂ, ਧਰਮ ਦੇ ਮਾਮਲੇ 'ਚ ਕਦੇ ਵੀ ਖੁੱਲ੍ਹ ਖੇਡ ਨਹੀਂ ਹੁੰਦੀ। ਗੁਰੂਆਂ ਨੇ ਜੋ ਵੀ ਕੀਤਾ, ਅਸੀਂ ਕਈ ਵਾਰ ਗੁਰੂਆਂ ਦੇ ਅਮਲਾਂ ਨੂੰ, ਉਹਨਾਂ ਦੇ ਬਚਨਾਂ ਨੂੰ ਡੂੰਘਾ ਜਾ ਕੇ ਨਹੀਂ ਸੋਚਦੇ। ਜੋ ਵੀ ਗੁਰਬਾਣੀ ਰਚੀ ਹੈ ਉਹਦਾ ਇੱਕ ਕੋਈ ਖਾਸ ਪ੍ਰਸੰਗ ਹੈ ਤੇ ਡੂੰਘੇ ਅਰਥ ਨੇ। ਸੋ ਗੁਰੂਆਂ ਦੀ ਖੂਬੀ ਇਹ ਸੀ ਕਿ ਉਹਨਾਂ ਨੇ ਜੋ ਵੀ ਗੱਲ ਸਥਾਪਿਤ ਕਰਨੀ ਸੀ ਉਹ ਅਮਲੀ ਤੌਰ ਤੇ ਆਪ ਕਰਕੇ ਦਿਖਾਈ ਸੀ। ਹੁਣ ਆਪਾਂ ਦੇਖਦੇ ਹਾਂ ਕਿ 8ਵੇਂ ਪਾਤਸ਼ਾਹ ਜਦੋਂ ਜੋਤੀ ਜੋਤ ਸਮਾਉਣ ਲੱਗੇ ਨੇ, ਉਹਨਾਂ ਤੋਂ ਪਰੰਪਰਾ ਰੀਤ ਤੁਰੀ ਆਉਂਦੀ ਸੀ ਕਿ ਹਰ ਗੁਰੂ ਆਪਣੇ ਅਗਲੇ ਗੁਰੂ ਦਾ ਨਾਮ ਲੈ ਦਿੰਦਾ ਸੀ ਕਿ ਇਸ ਤੋਂ ਬਾਅਦ ਇਹ ਗੱਦੀ ਤੇ ਕੌਣ ਹੋਊ। ਪਹਿਲੇ ਗੁਰੂਆਂ ਤੋਂ ਲੈ ਕੇ 8ਵੇਂ ਗੁਰੂ ਤੱਕ ਇਹ ਨਿਰੰਤਰ ਪਰੰਪਰਾ ਤੁਰੀ ਆਉਂਦੀ ਸੀ। ਸੋ ਜਦੋਂ ਉਹ ਜੋਤੀ ਜੋਤ ਸਮਾਉਣ ਲੱਗੇ ਤਾਂ ਉਹਨਾਂ ਨੇ ਇੱਕੋ ਗੱਲ ਕਹੀ। ਜਦੋਂ ਹੋਇਆ ਕਿ ਅਗਲਾ ਗੁਰੂ ਕੌਣ, ਉਹਨਾਂ ਨੇ ਨਾਂ ਨਹੀਂ ਲਿਆ, ਬਾਬੇ ਬਕਾਲੇ। ਹੁਣ ਕਈ ਵਾਰ ਸਾਡੇ ਇਤਿਹਾਸਕਾਰ, ਲਿਖਾਰੀ ਜਾਂ ਪ੍ਰਚਾਰਕ ਇਹ ਗੱਲ ਕਹਿ ਦਿੰਦੇ ਨੇ ਕਿ ਉਹਨਾਂ ਨੂੰ ਬੁਖਾਰ ਬਹੁਤ ਸੀ, ਚੇਚਕ ਸੀ ਬਹੁਤ ਜ਼ਿਆਦੇ, ਤੇ ਉਹਨਾਂ ਦੇ ਮੂੰਹੋਂ 2 ਸ਼ਬਦ ਹੀ ਨਿਕਲ ਸਕੇ, ਪੂਰੀ ਗੱਲ ਨਹੀਂ ਕਰ ਸਕੇ। ਹੁਣ 2 ਸ਼ਬਦ ਤਾਂ ਤੇਗ ਬਹਾਦਰ ਵੀ ਸੀ ਜੇ ਗੱਲ ਕਰਨੀ ਹੁੰਦੀ। ਸੋ ਸੋਚਣ ਵਾਲੀ ਗੱਲ ਹੈ ਕਿ ਗੁਰੂ ਦੇ ਕਿਸੇ ਵੀ ਬਚਨ ਨੂੰ, ਕਿਸੇ ਵੀ ਕਰਮ ਨੂੰ ਐਵੇਂ ਨਾ ਸਮਝੋ, ਉਹਦੇ ਪਿੱਛੇ ਕੋਈ ਵੱਡਾ ਰਹੱਸ ਹੁੰਦਾ ਹੈ। ਗੁਰੂਆਂ ਨੂੰ ਪਤਾ ਸੀ ਆਉਣ ਵਾਲਾ ਸਮਾਂ ਕੀ ਹੈ, ਤੇ ਹਰ ਗੁਰੂ ਕੌਮ ਨੂੰ ਹੌਲੀ 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 ਉਸ ਆਉਣ ਵਾਲੇ ਸਮੇਂ ਵਾਸਤੇ ਤਿਆਰ ਕਰੀ ਜਾ ਰਹੇ ਸੀ। ਸੋ ਜਿਹੜਾ ਓਲਾ ਰੱਖਿਆ 8ਵੇਂ ਪਾਤਸ਼ਾਹ ਨੇ, ਇਹਦੇ ਪਿੱਛੇ ਇੱਕ ਬਹੁਤ ਡੂੰਘਾ ਭੇਦ ਸੀ। ਸਿੱਧਾ ਨਹੀਂ ਕਿਹਾ ਤੇਗ ਬਹਾਦਰ, ਇੱਕ ਗੱਲ ਅਸਪਸ਼ਟ ਜੀ ਰੱਖ ਲਈ, ਧੁੰਦਲੀ ਜੀ। ਉਹਦਾ ਕਾਰਨ ਇਹ ਸੀ, ਗੁਰੂਆਂ ਨੂੰ ਪਤਾ ਸੀ ਕਿ ਹਰ ਵੇਲੇ ਤੁਹਾਨੂੰ ਕੋਈ ਦੱਸਣ ਵਾਲਾ ਨਹੀਂ ਮਿਲਣਾ ਕਿ ਸੱਚਾ ਆਗੂ ਕੌਣ ਹੈ ਤੇ ਝੂਠਾ ਕੌਣ ਹੈ। ਇਹ ਤੁਹਾਨੂੰ ਆਪ ਪਛਾਣ ਕਰਨੀ ਪੈਣੀ ਹੈ। ਉਹ ਆਪ ਪਛਾਣ ਕਰਨ ਦੇ ਯੋਗ ਬਣਾਉਣਾ ਸੀ, ਇਮਤਿਹਾਨ 'ਚ ਪਾਉਣਾ ਸੀ ਕੌਮ ਨੂੰ ਵੀ ਤੁਹਾਡੇ 'ਚ ਇਹ ਸੋਝੀ ਹੈ, ਇਹ ਸਮਰੱਥਾ ਹੈ, ਜਾਓ ਜਾ ਕੇ ਲੱਭ ਲਓ ਅਸਲੀ ਗੁਰੂ ਕੌਣ ਹੈ। ਆਪਾਂ ਨੂੰ ਸਾਰਿਆਂ ਨੂੰ ਪਤਾ ਕਿੰਨੇ ਭੇਖੀ ਉੱਥੇ ਆ ਕੇ ਬਹਿ ਗਏ ਸੀਗੇ। ਸੋ ਉਹਨਾਂ ਦੇ ਵਿੱਚੋਂ ਪਛਾਣ ਕਰਨੀ ਸੀ। ਹਰ ਪਾਤਸ਼ਾਹੀ ਦਾ ਜੇ ਤੁਸੀਂ ਜੀਵਨ ਦੇਖੋ, ਇਤਿਹਾਸ ਦੇਖੋ, ਤਾਂ ਕੋਈ ਨਾ ਕੋਈ ਕਿਸੇ ਪਾਤਸ਼ਾਹੀ ਦਾ ਖਾਸ ਖੇਤਰ 'ਚ, ਕਿਸੇ ਦਾ ਕਿਸੇ 'ਚ। 8ਵੇਂ ਪਾਤਸ਼ਾਹ ਦਾ ਸਾਰਾ ਕੰਮ ਹੀ ਅਸਲੀ ਤੇ ਨਕਲੀ 'ਚ ਪਛਾਣ ਕਰਵਾਉਣ ਤੇ ਸੀ। ਜਦੋਂ ਦਿੱਲੀ ਗਏ ਸੀਗੇ ਰਾਜਾ ਜੈ ਚੰਦ ਦੇ ਦਰਬਾਰ 'ਚ, ਛੋਟੀ ਉਮਰ ਸੀ, ਬਾਲ ਹੀ ਸੀ, ਮਹਾਰਾਣੀ ਬਹੁਤ ਪਿਆਰ ਕਰਦੀ ਸੀ, ਤੇ ਲਾਡ ਲਾਡ 'ਚ ਹੀ ਉਹਨੂੰ ਇੱਕ ਸ਼ਰਾਰਤ ਸੁੱਝੀ। ਉਹ ਗੋਲੀਆਂ ਵਾਲੇ ਕੱਪੜੇ, ਜਿਹੜੀਆਂ ਉਹਦੀਆਂ ਨੌਕਰਾਣੀਆਂ ਸੀ, ਉਹਨਾਂ ਵਾਲੇ ਕੱਪੜੇ ਪਾ ਕੇ ਉਹਨਾਂ ਦੀ ਝੁੰਡ ਜਾ ਕੇ ਬਹਿ ਗਈ ਕਿ ਦੇਖਦੇ ਹਾਂ ਗੁਰੂ ਪਛਾਣ ਕਰਦਾ ਕਿ ਨਹੀਂ। ਤੇ ਗੁਰੂ ਸਾਹਿਬ ਆਏ,
ਹੱਥ 'ਚ ਉਹਨਾਂ ਦੇ ਹਮੇਸ਼ਾ ਹੀ ਛਟੀ ਹੁੰਦੀ ਸੀ ਤੇ ਆ ਕੇ ਉੱਥੇ ਛਟੀ ਲਾ ਦਿੱਤੀ। ਕੱਪੜੇ ਉਹੀ ਹੈ, ਲਿਬਾਸ ਉਹੀ ਹੈ। ਸੋ ਗੁਰੂਆਂ ਨੇ ਸੰਦੇਸ਼ ਦੇਣਾ ਸੀ ਕਿ ਲਿਬਾਸ ਉਹੀ ਹੋਣਗੇ, ਗੱਲਾਂ ਵੀ ਉਹੀ ਕਰਨਗੇ, ਪਰ ਤੁਸੀਂ ਉਸ ਲਿਬਾਸ ਪਿੱਛੇ ਛੁਪੇ ਗੱਲ ਨੂੰ ਪਛਾਣਨਾ ਹੋ। ਝੂਠਾ ਲਿਬਾਸ ਕਿਹਦਾ ਤੇ ਸੱਚਾ ਕਿਹਦਾ। ਸੋ ਸਾਨੂੰ ਜੋ ਗੁਰੂ ਇਤਿਹਾਸ ਹੈ, ਮੈਂ ਕਹਿਣਾ ਜੇ ਅਸੀਂ ਗੁਰੂ ਇਤਿਹਾਸ ਨੂੰ ਇਸ ਦ੍ਰਿਸ਼ਟੀ ਤੋਂ ਦੇਖਣ ਲੱਗ ਜਾਈਏ, ਸਾਰੇ ਗੁਰੂ ਇਤਿਹਾਸ ਨੂੰ, ਤਾਂ ਬਿਲਕੁਲ ਗੱਲ ਹੋਰ ਨਿਕਲਦੀ ਹੈ। ਛੇਵੇਂ ਪਾਤਸ਼ਾਹ ਨੇ ਮਤਲਬ ਜੰਗ ਸ਼ੁਰੂ ਕੀਤੀ, ਉਸ ਤੋਂ ਪਹਿਲਾਂ ਜੰਗ ਦੀ ਕੋਈ ਪਰੰਪਰਾ ਹੀ ਨਹੀਂ। ਪੰਜਵੇਂ ਪਾਤਸ਼ਾਹ ਤੱਕ ਕੋਈ ਜੰਗ ਨਹੀਂ, ਸਿਰਫ ਪ੍ਰਚਾਰ ਹੋ ਰਿਹਾ ਹੈ ਅਮਨ ਤੇ ਸ਼ਾਂਤੀ ਨਾਲ। ਛੇਵੇਂ ਪਾਤਸ਼ਾਹ ਨੇ ਚਲੋ ਆਪਾਂ ਉਹ ਸਾਰਾ ਪਤਾ ਮੇਰੀ ਤੇ ਪੀਰੀ ਦਾ, ਹਥਿਆਰ ਇਕੱਠੇ ਕਰਨੇ ਸ਼ੁਰੂ ਕੀਤੇ, ਘੋੜੇ ਕਿਹਾ ਲੈ ਕੇ ਆਓ। ਸੋ ਇੱਕ ਫੌਜ ਬਣਾ ਲਈ। ਜਿਹੜੀ ਪਹਿਲੀ ਜੰਗ ਹੋਈ ਅੰਮ੍ਰਿਤਸਰ, ਜਿੱਥੇ ਅੱਜ ਕੱਲ੍ਹ ਖਾਲਸਾ ਕਾਲਜ ਹੈ, ਉਸ ਵੇਲੇ ਜੰਗਲ ਸੀ ਉੱਥੇ, ਤੇ ਉਹਨਾਂ ਦੇ ਸਿੰਘ ਉੱਥੇ ਜੰਗਲ ਦੇ ਵਿੱਚ ਗਏ ਹੋਏ ਸੀਗੇ ਤੇ ਇੱਕ ਬਾਜ ਡਿੱਗਿਆ ਉੱਪਰੋਂ ਜ਼ਖਮੀ ਹੋ ਕੇ। ਸਿੰਘਾਂ ਨੇ ਉਹ ਬਾਜ ਚੁੱਕ ਲਿਆ। ਉਹ ਬਾਜ ਲਾਹੌਰ ਦੇ ਫੌਜਦਾਰ ਦਾ ਸੀ, ਉਹਨੇ ਛੱਡਿਆ ਹੋਇਆ ਸੀਗਾ ਸ਼ਿਕਾਰ ਵਾਸਤੇ। ਉਹ ਚੁੱਕ ਲਿਆ ਤੇ ਉਹਨੇ ਜਦੋਂ ਪਤਾ ਲੱਗਿਆ ਫੌਜਦਾਰ ਨੂੰ ਕਿ ਗੁਰੂ ਦੇ ਸਿੱਖ ਸਿੰਘ ਚੁੱਕ ਕੇ ਲੈ ਗਏ, ਉਹਨੇ ਆਪਦੇ ਬੰਦੇ ਭੇਜੇ ਕਿ ਸਾਡਾ ਬਾਜ ਵਾਪਸ ਕਰ ਦਿਓ। ਉਹਨਾਂ ਸਿੰਘਾਂ ਨੇ ਬਾਜ ਨਾ ਵਾਪਸ ਕੀਤਾ। ਨੈਚੁਰਲੀ ਹੁਣ ਫੌਜਦਾਰ ਕਰਿੰਦਾ ਸੀ ਮੁਗਲ ਹਕੂਮਤ ਦਾ, ਹੁਣ ਤਾਂ ਗੁੱਸਾ ਚੜ੍ਹਨਾ ਹੀ ਸੀ ਕਿ ਇਹ ਹਿੰਮਤ ਇਹਨਾਂ ਦੀ। ਹਾਲਾਂਕਿ ਬਾਜ ਕੋਈ ਖਾਸ ਗੱਲ ਨਹੀਂ ਸੀ, ਪਰ ਇੱਕ ਆਪਦੀ ਤਾਕਤ ਦਿਖਾਉਣੀ ਸੀ। ਅੱਜ ਬਾਜ ਦੇਣ ਤੋਂ ਮੁੱਕਰਨਗੇ, ਕੱਲ ਨੂੰ ਕੁਝ ਹੋਰ ਵੀ ਕਰਨਗੇ। ਸੋ ਉਹਨੇ ਆਪਦਾ ਉਹ ਰੂਪ ਦਿਖਾਇਆ ਤੇ ਕੁਛ ਕੁ ਬੰਦਿਆਂ ਨੇ ਆ ਕੇ ਗੁਰੂ ਸਾਹਿਬ ਕੋਲੇ ਸ਼ਿਕਾਇਤ ਕੀਤੀ ਕਿ ਗੁਰੂ ਜੀ ਆਪਣੇ ਬੰਦੇ ਖਾਹ ਮਖਾਹ ਹਕੂਮਤ ਨੂੰ ਭੜਕਾਹਟ 'ਚ ਲਿਆ ਰਹੇ ਆ, ਕੀ ਲੋੜ ਹੈ, ਅਜੇ ਸਾਡੀ ਤਾਕਤ ਨਹੀਂ, ਆਪਾਂ ਬਾਜ ਪਿੱਛੇ ਲੜਾਈ ਲੜਨੀ ਆ ਹੁਣ, ਵੀ ਬਾਜ ਦੇ ਦੇਣਾ ਚਾਹੀਦਾ। ਹੁਣ ਤੁਸੀਂ ਆਹੀ ਦਲੀਲਾਂ ਅੱਜ ਵੀ ਤੁਸੀਂ ਦੇਖਿਓ, ਹਰ ਰੋਜ਼ ਸੁਣੋਗੇ ਤੁਸੀਂ, ਕੀ ਲੋੜ ਸੀ ਆਹ ਕਰਨ ਦੀ, ਕੀ ਲੋੜ ਸੀ ਆਹ ਕਰਨ ਦੀ। ਜਿਵੇਂ ਸਾਨੂੰ ਸੌਖਾ ਸਮਝ ਆ ਜਾਂਦਾ ਨਾ ਵੀ ਰੋਟੀ ਖਾਣ ਦੀ ਕੀ ਲੋੜ ਸੀ, ਭੁੱਖ ਲੱਗੀ ਸੀ ਖਾ ਲਈ। ਹਰ ਗੱਲ ਇੰਨੀ ਸੌਖੀ ਨਹੀਂ ਹੁੰਦੀ। ਸੋ ਜਿਹੜਾ ਇਹ ਹੈ ਨਾ ਕੀ ਲੋੜ ਸੀ, ਇਹਦਾ ਜਵਾਬ ਹੋਣਾ ਚਾਹੀਦਾ। ਉਹ ਜਵਾਬ ਗੁਰੂ ਸਿਧਾਂਤ ਦੀ ਰੌਸ਼ਨੀ 'ਚੋਂ ਹੀ ਹੋਣਾ ਚਾਹੀਦਾ, ਦੁਨੀਆ ਦੀ ਕਿਸੇ ਹੋਰ ਕਿਤਾਬ ਅਨੁਸਾਰ ਨਹੀਂ ਕਿ ਫਲਾਨੀ ਕਿਤਾਬ ਆਹ ਕਹਿੰਦੀ ਹੈ, ਦੇਸ਼ ਦਾ ਵਿਧਾਨ ਆਹ ਕਹਿੰਦਾ ਹੈ, ਫਲਾਨਾ ਆਗੂ ਆਹ ਕਹਿੰਦਾ। ਕਹਿਣਗੇ ਬਹੁਤ ਕੁਛ, ਉਹਨਾਂ ਦੀ ਵੀ ਸੁਣੋ, ਉਹ ਵੀ ਪੜ੍ਹੋ, ਆਪਦੇ ਗਿਆਨ ਦਾ ਘੇਰਾ ਵਿਸ਼ਾਲ ਕਰੋ, ਪਰ ਜਦੋਂ ਨਿਰਣਾ ਕਰਨਾ ਹੈ ਉਹ ਗੁਰੂ ਦੇ ਵਿਧਾਨ ਅਨੁਸਾਰ ਹੀ ਹੋਣਾ ਚਾਹੀਦਾ। ਸੋ ਬਾਜ ਤੇ ਗੱਲ ਆਈ ਤੇ ਜਦੋਂ ਗੁਰੂ ਸਾਹਿਬ ਕੋਲੇ ਸ਼ਿਕਾਇਤਾਂ ਹੋਈਆਂ, ਗੁਰੂ ਸਾਹਿਬ ਕਹਿੰਦੇ ਨਹੀਂ ਦੇਣਾ। ਕੁਝ ਸਿੱਖਾਂ ਨੇ ਇਹ ਗੱਲ ਕਹੀ ਵੀ ਆਪਾਂ ਬਾਜ ਪਿੱਛੇ ਐਡੀ ਵੱਡੀ ਹਕੂਮਤ ਨਾਲ ਹੁਣੇ ਲੜਨ ਲੱਗੇ ਆ, ਜੇ ਆਪਣੀ ਤਾਕਤ ਵੀ ਕੁਛ ਨਹੀਂ। ਤੇ ਸਭ ਨੂੰ ਪਤਾ ਹੈ ਗੁਰੂ ਸਾਹਿਬ ਦਾ ਜਵਾਬ ਕੀ ਸੀ, ਤਿनको ਬਾਜ ਨਹੀਂ ਮੈਂ ਦੇਣਾ। ਉਹ ਕਹਿੰਦਾ ਬਾਜ ਨਹੀਂ ਦੇਣਾ। ਕਿਉਂ? ਤਾਜ ਰਾਜ ਸਭ ਮਿੰਸਿਲ। ਗੱਲ ਬਾਜ ਦੀ ਨਹੀਂ, ਬਾਜ ਤਾਂ ਬਹਾਨਾ ਬਣ ਰਿਹਾ ਹੈ। ਬਹਾਨੇ ਬਣਦੇ ਹੁੰਦੇ ਨੇ, ਮੁੱਦੇ ਬਣਦੇ ਹੁੰਦੇ ਨੇ। ਤੁਸੀਂ ਕਹਿਣਾ ਨਾ ਸਾਡੀ ਮੰਗ ਆ ਹੈ, ਉਹ ਕੁਛ ਬੰਦੇ ਹੁੰਦੇ ਨੇ ਜਿਹੜੇ ਮੰਗ ਤੱਕ ਹੀ ਬਸ ਉਹਨਾਂ ਦੀ ਸੋਚ ਹੁੰਦੀ ਹੈ। ਮੰਗਾਂ ਦੇ ਪਿੱਛੇ ਵੀ ਕੁਛ ਗੱਲ ਖੜੀ ਹੁੰਦੀ ਹੈ। ਸੋ ਗੁਰੂ ਸਾਹਿਬ ਨੇ ਕਿਹਾ ਸੀ ਕਿ ਇਹ ਗੱਲ ਬਾਜ ਦੀ ਨਹੀਂ, ਗੱਲ ਤਾਜ ਦੀ ਹੈ। ਸੋ ਜੋ ਗੱਲ ਬਾਜ ਤੋਂ ਸ਼ੁਰੂ ਹੋ ਰਹੀ ਹੈ ਤਾਜ ਤੱਕ ਜਾਣੀ ਹੈ। ਇੱਕ ਤੋਂ ਸ਼ੁਰੂ ਤਾਂ ਹੋਣੀ ਚਾਹੀਦੀ ਹੈ ਨਾ।
ਤੇ ਤਾਜ ਉਦੋਂ ਹੀ ਨਹੀਂ ਸੀ ਮਿਲ ਗਿਆ, ਜਾਂ 2 ਸਾਲਾਂ 'ਚ 4 ਸਾਲਾਂ 'ਚ। ਸਭ ਨੂੰ ਪਤਾ ਜਾ ਕੇ ਤਾਜ ਕਦੋਂ ਮਿਲਿਆ ਸਿੱਖਾਂ ਨੂੰ। ਤੋ ਇੱਕ ਲੰਮਾ ਪਿਆ ਖੂਨੀ ਇਤਿਹਾਸ ਪਿਆ। ਉਹ ਤਾਂ ਲੈ ਸਕੇ ਕਿ ਗੁਰੂ 'ਚ ਅਡੋਲ ਭਰੋਸਾ ਸੀ ਸਿੱਖਾਂ ਨੂੰ। ਜਿਹਨੂੰ ਅਡੋਲ ਭਰੋਸਾ ਸੀ ਉਹ ਉਸ ਰਾਹ ਤੇ ਤੁਰਦੇ ਗਏ, ਦੂਜੇ ਝੜਦੇ ਰਹੇ। ਸੋ ਸਿੱਖ ਵਾਸਤੇ ਜਿਹੜੀ ਗੱਲ ਹੈ ਉਹਦਾ ਇਹ ਹੈ ਕਿ ਗੁਰੂ 'ਚ ਭਰੋਸਾ ਡੋਲਦਾ ਕਿ ਨਹੀਂ। ਉਹ ਦੇਖੀਏ ਕਿਹੜੀਆਂ ਕਿਹੜੀਆਂ ਗੱਲਾਂ ਕਰਕੇ ਗੁਰੂ 'ਚ ਭਰੋਸਾ ਡੋਲਦਾ ਹੈ। ਸਭ ਤੋਂ ਪਹਿਲਾਂ ਜੋ ਉਸ ਮੌਕੇ ਦੀ ਹਕੂਮਤੀ ਤਾਕਤ ਹੈ, ਉਹਦਾ ਡਰ ਹੁੰਦਾ, ਇੱਕ ਦਹਿਸ਼ਤ ਹੁੰਦੀ ਹੈ ਕਿ ਇੱਕ ਹਕੂਮਤ ਨੂੰ ਨਾਰਾਜ਼ ਨਾ ਕਿਤੇ ਕਰ ਬੈਠੀਏ। ਇੱਥੋਂ ਬੰਦਾ ਇੱਕ ਸਮਝੌਤੇ ਦੇ ਰਾਹ ਤੁਰਦਾ, ਆਪਦੇ ਸਿਧਾਂਤਾਂ ਤੋਂ, ਆਪਦੇ ਅਸੂਲਾਂ ਤੋਂ ਥਿੜਕਦਾ ਹੈ। ਜਾਂ ਦੌਲਤ ਦਾ ਭੁੱਖ ਹੁੰਦੀ ਹੈ, ਜਾਂ ਰੁਤਬੇ ਦੀ ਭੁੱਖ ਹੁੰਦੀ ਹੈ ਕਿ ਜੇ ਗੱਲ ਇੰਨੀ ਕੁ ਇਸ ਤਰ੍ਹਾਂ ਕਰ ਲਈਏ ਤਾਂ ਆਹ ਪ੍ਰਾਪਤੀ ਹੋ ਸਕਦੀ ਹੈ। ਪ੍ਰਾਪਤੀ ਉਹ ਦੁਨਿਆਵੀ ਹੈ, ਭਾਵੇਂ ਰੁਤਬਾ ਹੈ, ਭਾਵੇਂ ਦੌਲਤ ਹੈ, ਭਾਵੇਂ ਸ਼ੋਹਰਤ ਹੈ। ਤੇ ਜੇ ਅਸੀਂ ਇਹ ਨਾ ਮੰਨੀ ਤਾਂ ਮੌਤ ਵੀ ਆ ਸਕਦੀ ਹੈ। ਹੁਣ ਦੇਖੋ, ਇਹਨਾਂ ਦੋਹਾਂ ਚੀਜ਼ਾਂ 'ਚੋਂ ਤੁਸੀਂ ਇੱਕ ਚੋਣ ਕਰਨੀ ਹੁੰਦੀ ਆ ਬੰਦੇ ਨੇ ਕਿ ਮੌਤ ਜਾਂ ਰੁਤਬਾ ਜਾਂ ਦੌਲਤ ਜਾਂ ਸ਼ੋਹਰਤ। ਉਹ ਚੀਜ਼ਾਂ ਬਹੁਤ ਖਿੱਚਦੀਆਂ ਬੰਦੇ ਨੂੰ, ਤੇ ਮੌਤ ਵੱਲ ਨੂੰ ਤਾਂ ਉਹੀ ਜਾਊ ਜਿਹਦਾ ਗੁਰੂ 'ਚ ਡੋਲ, ਕਿਉਂਕਿ ਉਹਨੇ ਗੁਰੂ ਤੋਂ ਪੁੱਛਣਾ ਵੀ ਗੁਰੂ ਦੇਖੀਏ ਗੁਰੂ ਕੀ ਕਹਿੰਦਾ। ਕੀ ਗੁਰੂ ਕਹਿ ਰਿਹਾ ਵੀ ਇਹ ਸਮਝੌਤਾ ਕਰ ਲਓ, ਛੱਡੋ ਅਸੂਲਾਂ ਨੂੰ, ਜਿਹੜੀ ਵੀ ਕੁਰਸੀ ਮਿਲਦੀ ਆ ਲੈ ਲਓ। ਛੋਟੀਆਂ ਛੋਟੀਆਂ ਗੱਲਾਂ ਜ਼ਿੰਦਗੀ ਦੇ ਵਿੱਚ ਸਾਨੂੰ ਇਹ ਆਮ ਵਾਪਰਦੀਆਂ ਨੇ ਜਦੋਂ ਅਸੀਂ ਸਮਝੌਤੇ ਕਰਨ ਦੀ ਕਾਤ ਪੈ ਜਾਂਦੀ ਹੈ। ਮੈਂ ਗੱਲ ਸੰਤਾਂ 'ਤੇ ਆਊਗੀ। ਸੰਤਾਂ ਦਾ ਰਾਹ ਇੰਨਾ ਸੌਖਾ ਨਹੀਂ ਸੀ, ਸਿੱਧਾ ਨਹੀਂ ਸੀ। ਅੱਜ ਤਾਂ ਸਾਨੂੰ ਇਹ ਲੱਗਦਾ ਕਿ ਸੰਤ ਆਏ ਤੇ ਲੋਕ ਉਹਨਾਂ ਦੇ ਪਿੱਛੇ ਲੱਗ ਗਏ। ਕਿੰਨਾ ਵਿਰੋਧ ਹੋਇਆ ਪੈਰ ਪੈਰ ਤੇ, ਕੀ ਕੁਛ ਚੱਲਣਾ ਪਿਆ ਸੰਤਾਂ ਨੂੰ। ਉਹ ਆਹੀ ਗੱਲਾਂ ਸੀ। ਗੁਰੂ 'ਚ ਭਰੋਸੇ ਡੋਲ ਚੁੱਕੇ ਸੀ। ਜਦੋਂ ਗੁਰੂ 'ਚ ਭਰੋਸਾ ਡੋਲੂ, ਬੰਦਾ ਦੁਨਿਆਵੀ ਪ੍ਰਾਪਤੀਆਂ ਵਾਸਤੇ ਭੱਜੂਗਾ, ਖਿੱਚਣਗੀਆਂ ਉਹ ਗੱਲਾਂ ਸਾਰੀਆਂ। ਸੋ ਇੱਥੋਂ ਗੱਲ ਜਿਹੜੀ ਹੈਗੀ ਹੈ ਕਿ ਤੁਸੀਂ ਕਿੱਥੋਂ ਕਿਹੜੀ ਚੀਜ਼ ਤੇ ਸਮਝੌਤਾ ਕਰਨਾ, ਕਿਹੜੀ ਤੇ ਨਹੀਂ, ਇਹਦਾ ਫੇਰ 7ਵੇਂ ਪਾਤਸ਼ਾਹ ਨੇ ਜਾ ਕੇ ਪ੍ਰਮਾਣ ਦੇਣਾ ਸੀ। ਹਰ ਚੀਜ਼ ਤੁਸੀਂ ਦੇਖਿਓ ਕਿ ਤੁਹਾਨੂੰ ਪਛਾਣ ਵੀ ਕਰਨੀ ਆ ਗਈ, ਪਰ ਉਹਦੇ ਨਾਲ ਗੱਲ ਇੱਥੇ ਨਹੀਂ ਖੜ ਜਾਂਦੀ। ਪੈਰ ਪੈਰ ਤੇ ਮੌਕੇ ਆਉਣਗੇ ਜਿੱਥੇ ਤੁਹਾਡੇ ਤੇ ਦਬਾਅ ਪਊਗਾ, ਖਿੱਚ ਪਊਗੀ, ਟੈਂਪਟੇਸ਼ਨ ਹੋਊ ਮਨ 'ਚ ਵੀ ਆ ਕਰ ਲਈਏ, ਆ ਪ੍ਰਾਪਤੀ ਹਰਜ ਕੀ ਆ, ਅੱਜ ਇੰਨੀ ਹੁੰਦੀ ਹੈ ਫੇਰ ਹੋਰ ਦੇਖ ਲਾਂਗੇ। ਤੇ ਉਹਦੇ ਵਾਸਤੇ ਤੁਹਾਨੂੰ ਆਪਦੇ ਕੁਝ ਸਿਧਾਂਤ ਕੁਰਬਾਨ ਕਰਨੇ ਪੈਂਦੇ ਨੇ। 7ਵੇਂ ਪਾਤਸ਼ਾਹ ਨੇ ਜਦੋਂ ਰਾਮ ਰਾਏ ਨੂੰ, ਆਪਦੇ ਸਕੇ ਬੇਟੇ ਨੂੰ ਭੇਜਿਆ ਦਿੱਲੀ ਦਰਬਾਰ 'ਚ, ਕਿਉਂਕਿ ਬੁਲਾਇਆ ਗੁਰੂਆਂ ਨੂੰ ਗਿਆ ਸੀ, ਸ਼ਿਕਾਇਤ ਹੋਈ ਸੀ ਕਿ ਗੁਰਬਾਣੀ ਦੇ ਵਿੱਚ, ਇਹਨਾਂ ਦੇ ਗ੍ਰੰਥ ਦੇ ਵਿੱਚ ਇਸਲਾਮ ਦੇ ਖਿਲਾਫ ਕੁਝ ਗੱਲ ਹੈ। ਗੱਲ ਉਹੀ ਸੀ ਕਿ ਮਿੱਟੀ ਮੁਸਲਮਾਨ ਕੀ। ਤੇ ਉਹਦੇ ਵਾਸਤੇ ਗੁਰੂਆਂ ਨੂੰ ਹੁਕਮ ਚਾੜਿਆ ਸੀਗਾ। ਗੁਰੂ ਆਪ ਨਹੀਂ ਗਏ। ਇਹ ਵੀ ਦੱਸਣਾ ਸੀ ਕਿ ਕਿੱਥੇ ਗੁਰੂ ਨੇ ਜਾਣਾ, ਕਿੱਥੇ ਨਹੀਂ ਜਾਣਾ। ਇਹ ਫੈਸਲਾ ਗੁਰੂ ਦੇ ਹੱਥ ਹੋ, ਕਿ ਉਸ ਮੌਕੇ ਦੀ ਹਕੂਮਤ ਦੇ ਹੱਥ ਨਹੀਂ ਹੋਊਗਾ। ਗੁਰੂ ਆਪ ਨਹੀਂ ਗਏ, ਆਪਦੇ ਬੇਟੇ ਨੂੰ ਭੇਜਤਾ। ਉਹ ਗਿਆ, ਜਾਣ ਲੱਗੇ ਨੂੰ ਹਦਾਇਤਾਂ ਦਿੱਤੀਆਂ ਕਿ ਕਈ ਵਾਰ ਜਿਹੜੀ ਦਰਬਾਰ ਦੀ ਸ਼ਾਨੋ ਸ਼ੌਕਤ ਹੈ, ਤਾਕਤ ਹੈ, ਉਹ ਜਲੌ ਹੁੰਦਾ ਉੱਥੇ ਜਾਏਗਾ, ਉਹਦੇ ਦਬਾਅ 'ਚ ਨਹੀਂ ਆਉਣਾ। ਕਈ ਵਾਰ ਮਨ ਤੇ ਦਬਾਅ ਪੈ ਜਾਂਦਾ ਤੇ ਕਿਸੇ ਵੀ ਗੱਲ ਦੇ ਉੱਤੇ, ਅਸੂਲਾਂ ਦੇ ਉੱਤੇ ਸਮਝੌਤਾ ਨਹੀਂ ਹੋਣਾ ਚਾਹੀਦਾ। ਉਹੀ ਗੱਲ ਹੋਈ, ਰਾਮ ਰਾਏ ਗਿਆ ਤੇ ਉਹਨਾਂ ਨੇ ਉਹੀ ਕਿਹਾ ਵੀ ਤੁਸੀਂ ਆਹ ਗੱਲ ਕਹੀ ਹੈ, ਮਿੱਟੀ ਮੁਸਲਮਾਨ ਕੀ।
चलो उन्हें सोचा भी एक दा पेच वरत लेने, की फर्क पैंदा है। वो कहता मुसलमान की नहीं कहा जी, बेईमान की कहा। चलो छुटकारा हो गया। हूँ तो ऐ सी मैं बहुत ठीक कर आया, एवें खा मखा एक हुकूमत नाल नाराजगी सेड़ लैनी सी। तो जो गुरु साहब को आया, पता लग गया, तो तुहानू सारिਆਂ ਨੂੰ पता हो उन्होंने की कीता सी कि जिंदगी भर वास्ते मेरे मत्थे नहीं लगना। अपने सके पुत नूं जिथे असूलों की गल है, जिथे सिद्धांत की गल है, उत्थे कोई रिश्ता नहीं। थोड़ा धी है, पुत है, भैन है, भरा है, कुछ भी है भावें। ये हुण एक दृष्टांत देना सी गुरु साहब ने कि इन्नी छेती ना है भी चल ये बचाव हो सकता है। तो बचाव वाला जिहड़ा गल है ना, ये नाल तां फिर बड़े राह खुलणगे। तो वो राह बंद करने वास्ते गुरु साहब ने किड्डी कुर्बानी सी कि सके पुत नूं वो तरले लए, बड़े लोग विच पए भी चलो हुण माफ़ कर दो, माफ़ी मंगता है। तो उन्होंने कहा सी भी कुछ गलतियां जिहियां हुंदियां जिहड़ियां माफ़ करन योग नहीं हुंदियां। हुंदियां माफ़ कीतियां जा सकदियां गलतियां, पर कुछ गलतियां जिहियां जिहड़ियां कदे भी माफ़ नहीं कीतियां जा सकदियां। सो इस करके जो बूटा सिंह ने जिहड़ा हिंदुस्तान का मिनिस्टर सी, दरबार साहब के हमले तो बाद आके अकाल तख्त ते पेश हो गया सी कि मैथों गलती हो गई, माफ़ कर दो। तो सकेंटां च ही माफ़ करता सी। उदों यह गल कुछ कुछ विद्वानां ने उठाई सी कि कुछ गलतियां जिहियां हुंदियां, गुरु साहब की हिदायत है ये, जे आपदे सके पुत नूं वो माफ़ नहीं करते तो फिर साडे वास्ते एक संदेश है। इस करके इत्थे कोई माफ़ी नहीं हो सकती। सो किहड़ियां गल्लां माफ़ करन योग है, किहड़ियां नहीं माफ़ करन योग, गुरुआं ने कोई गल भी अस्पष्ट रहन नहीं दिती। असीं इतिहास नूं इस तरह देखण दी सानूं आदत नहीं पई हुई। सो जदों असीं इस तरह डूंघाई च जाके देखांगे तो सारियां गल्लां साफ हो जाणगियां। सो संतां दे सामने जिहड़ी पैर पैर ते समस्या आई वो आही सी, आद लीला आउंदियां सी दुनियावी। अजे तत्ती गल करन दी की लोड़ है, अजे की है, आपदा काम करी चलो, हौली हौली करी चलो। सो मैं गल जिथे आ रहा सीगा कि लोड़ की पैगी अकाल तख्त साहब ते जाके लड़न दी। आपदा प्रचार कर रहे सीगे। हुण जदों खूनी विसाखी की घटना वापरी है अमृतसर दे विच, एक तां यह कि गुरु की नगरी च आके वो आपदा समागम कर सकन, ये कौम नूं चुनौती सी। बाकी थावां ते वो कर रहे सी, बार बार करी जा रहे सी। दूजी गल उस मौके सिखां दी कह लो अकाली सरकार सी पंजाब च। सो संतां ने पहला बेनतियां कीतियां सरकार नूं, बंदे भेजे कि यह समागम इत्थे नहीं होना चाहिए, किते होर कर लैन, इत्थे रोको। नहीं रोकिया, समागम हो गया, रख लिया उन्होंने। चलो कोई सिंह उत्थे प्रोटेस्ट करन गए, कोई बंदूक नहीं, कोई बंब नहीं उन्होंने कोले, सिर्फ अपील करन गए सी कि प्रोटेस्ट जाहिर करन गए सी। ते जे बहुत दूर सीगे इन्हां दे स्टेज तो जदों अन्नेवाह गोलियां चलाइयां, 13 सिंह थाएं शहीद किए, 78 सिंह जख्मी किए। किड्डी गोलीबारी, जिन्हां कोल कुछ भी नहीं हत्थां दे विच। एक अवसरी साहब है, रवैती जिहड़ी हमेशा ही रखदा सिख। उस तो बाद की होया, गल इन्नी नहीं, वो कतल करके समागम सारा चलिया उन्हां दा। उदों बाद 2 घंटे कोई विघन नहीं, ना उन्हां दे मनां ते कोई आत्मा ते असर पिया। एडा वड्डा भाणा वरता के, इन्ना जुल्म करके लाशां चुक के ले गए। आपदा उन्हां दा प्रवचन जारी है।
ਉਸ ਤੋਂ ਬਾਅਦ ਕਿੱਥੇ ਅੰਮ੍ਰਿਤਸਰ ਸਾਰਾ ਪੰਜਾਬ ਲੰਘ ਕੇ ਦਿੱਲੀ ਪਹੁੰਚਿਆ ਕਾਤਲ, ਸਾਰੇ ਕਾਫਲੇ ਦੀ ਸ਼ਕਲ 'ਚ। ਅਕਾਲੀ ਸਰਕਾਰ ਹੋਵੇ, ਇੰਨੇ ਕਤਲ ਕਰਕੇ ਬੰਦਾ ਆਰਾਮ ਨਾਲ ਨਿਕਲ ਜੇ ਉੱਥੋਂ, ਉਹਨੂੰ ਕਿਤੇ ਵੀ ਰੋਕਣ ਦਾ ਫੜਨ ਦਾ ਯਤਨ ਨਾ ਹੋਵੇ। ਚਲੋ ਉਸ ਤੋਂ ਬਾਅਦ ਮੁਕੱਦਮਾ ਚੱਲਿਆ, ਉਹਨੇ ਅਪੀਲ ਕਰਤੀ ਸੁਪਰੀਮ ਕੋਰਟ 'ਚ ਕਿ ਮੇਰੇ ਜਿਹੜੀ ਮੁਕੱਦਮਾ ਹੈ ਉਹ ਪੰਜਾਬ 'ਚ ਨਹੀਂ ਚੱਲਣਾ ਚਾਹੀਦਾ, ਪੰਜਾਬ 'ਚ ਮੈਨੂੰ ਖਤਰਾ ਹੈ। ਉਹ ਕਰਨਾਲ ਹਰਿਆਣੇ 'ਚ ਕਰਤਾ ਉਹਨਾਂ ਨੇ ਵੀ ਹਰਿਆਣੇ ਚੱਲੂਗਾ। ਮੁਕੱਦਮਾ ਚੱਲਿਆ, ਸਾਰੇ ਸਾਫ਼ ਬਰੀ, ਇੱਕ ਦਿਨ ਦੀ ਸਜ਼ਾ ਨਹੀਂ ਹੋਈ ਕਿਸੇ ਨੂੰ, ਇੱਕ ਦਿਨ ਦੀ। ਦਿਨ ਦਿਹਾੜੇ ਹੋਇਆ, ਸਭ ਦੇ ਸਾਹਮਣੇ ਹੋਇਆ, ਪ੍ਰੈਸ 'ਚ ਆਇਆ। ਸੋ ਇਹ ਜਦੋਂ ਸੰਤਾਂ ਨੇ ਸੋਚਿਆ, ਹੋਰ ਲੋਕ ਵੀ ਤਾਂ ਸੀਗੇ ਉੱਥੇ, ਉਹ ਉਹਨਾਂ ਦੇ ਸਾਹਮਣੇ ਹੋਇਆ, ਉਹ ਵੀ ਤਾਂ ਦੇਖ ਰਹੇ ਸੀ। ਹੁਣ ਇੱਥੇ ਸੰਤ ਦਾ ਫਰਕ ਕੀ ਸੀ? ਸੰਤ ਭਿੰਡਰਾਂ ਵਾਲੇ ਦਾ ਉਹਨਾਂ ਦੇ ਮਨ 'ਚ ਇਹ ਆਈ ਵੀ ਦੇਖੋ ਆਪਦੀ ਸਰਕਾਰ ਹੋਵੇ। ਪਹਿਲੀ ਗੱਲ ਤਾਂ ਇੰਨੀ ਜ਼ੁਰਤ ਪੈ ਜੇ ਵਿਰੋਧੀ ਦੀ, ਦੁਸ਼ਮਣੀ ਸੀ ਨਾ, ਵੀ ਅੰਮ੍ਰਿਤਸਰ ਆ ਕੇ ਸਾਨੂੰ ਚੁਣੌਤੀ ਦੇਵੇ, ਚੜਾਉਣ ਵਾਲੀ ਗੱਲ ਹੈ ਤਾਂ ਕੌਮ ਨੂੰ। ਨਾ ਸਰਕਾਰ ਰੋਕ ਰਹੀ ਹੈ, ਨਾ ਉਹਦੇ ਖਿਲਾਫ ਕੋਈ ਮੁਜ਼ਾਹਰਾ ਹੋ ਰਿਹਾ ਸਿੱਖਾਂ ਵੱਲੋਂ ਵੀ। ਕਈ ਵਾਰ ਸਰਕਾਰਾਂ ਨਹੀਂ ਕਰਦੀਆਂ, ਲੋਕ ਉੱਠ ਕੱਢਦੇ ਨੇ। ਉਦੋਂ ਬਾਅਦ ਉਹ ਚਲਿਆ ਗਿਆ, ਉਹਨੂੰ ਸਜ਼ਾ ਵੀ ਨਹੀਂ ਹੋਈ, ਫੇਰ ਕੁਛ ਨਹੀਂ ਹੋ ਰਿਹਾ। ਵੀ ਕੀ ਹੋ ਗਿਆ ਕੌਮ ਨੂੰ? ਆਹ ਸਵਾਲ ਸੀ ਜਿਹੜਾ ਸੰਤ ਦੇ ਸਾਹਮਣੇ ਖੜਾ ਹੋ ਗਿਆ ਸੀ। ਹੁਣ ਆਪਾਂ ਕਹਿ ਸਕਦੇ ਹਾਂ ਕਿ ਕੌਮ ਦੇ ਵਿੱਚੋਂ ਜਜ਼ਬਾ ਮਰ ਗਿਆ ਸੀ, ਬੁਝਦਿਲ ਹੋ ਗਈ ਸੀ ਕੌਮ, ਲਾਲਚੀ ਹੋ ਗਏ ਸੀ। ਅਕਾਲੀਆਂ ਨੂੰ ਤਾਂ ਇਹ ਲੱਗਿਆ ਕਿ ਆਪਾਂ ਹੁਣ ਐਵੇਂ ਇੰਨੀ ਗੱਲ ਪਿੱਛੇ ਸਰਕਾਰ ਤੜਾ ਲੈਣੀ ਹੈ। ਹਰ ਕਿਸੇ ਕੋਲੇ ਦਲੀਲ ਸੀ ਇਸ ਗੱਲ ਦੀ। ਸੋ ਸੰਤ ਇਸ ਨਿਰਣੇ ਤੇ ਪਹੁੰਚ ਗਏ ਕਿ ਵੱਡੀ ਗੜਬੜ ਹੋ ਚੁੱਕੀ ਹੈ ਕੌਮ ਦੀ। ਤੇ ਵੱਡੀ ਗੜਬੜ ਇਹ ਹੁੰਦੀ ਹੈ, ਭਾਵੇਂ ਸਿੱਖ ਬੁਝਦਿਲ ਬਣ ਜੇ, ਭਾਵੇਂ ਲਾਲਚੀ ਬਣ ਜੇ, ਉਹਦੀ ਬਾਟਮ ਲਾਈਨ ਜਿਹੜੀ ਆ ਉਹ ਇਹ ਬਣਦੀ ਹੁੰਦੀ ਆ ਕਿ ਉਹਦੇ ਮਨ 'ਚੋਂ ਗੁਰੂ ਪ੍ਰਤੀ ਪਿਆਰ ਉਹ ਕਮਜ਼ੋਰ ਪੈ ਗਿਆ ਜਾਂ ਖਤਮ ਹੋ ਗਿਆ। ਗੁਰੂ ਵਾਸਤੇ ਸਿਰ ਦੇਣ ਦਾ, ਵੱਡੀਆਂ ਵੱਡੀਆਂ ਚੀਜ਼ਾਂ ਕੁਰਬਾਨ ਕਰ ਦੇਣ ਦਾ ਇਤਿਹਾਸ ਤਾਂ ਪਿਆ ਸਾਰਾ, ਸਭ ਨੂੰ ਪਤਾ ਹੈ। ਪਰ ਜਦੋਂ ਸਾਹਮਣੇ ਸਵਾਲ ਆਉਂਦਾ ਬੰਦੇ ਦੇ ਵੀ ਮੈਂ ਕਰਾਂ ਕਿ ਨਾ, ਉਦੋਂ ਉਹੀ ਕਰੂ ਜਿਹਦਾ ਅਡੋਲ ਭਰੋਸਾ ਹੈ। ਸੋ ਜਦੋਂ ਕੌਮ ਸਿੱਖ ਗੁਰੂ ਨਾਲ ਟੁੱਟ ਗਿਆ, ਫਿਰ ਉਹ ਸਿੱਖ ਦੇ ਤੌਰ ਤੇ ਜਿਉਂਦਾ ਨਹੀਂ ਰਹਿ ਸਕਦਾ। ਸਰੀਰ ਰਹਿਣਗੇ, ਸਿਰ ਤੇ ਦਸਤਾਰਾਂ ਵੀ ਹੋਣਗੀਆਂ, ਸਭ ਕੁਝ ਹੋਊ, ਪਰ ਸਿੱਖੀ ਮਰ ਜੂ। ਤੇ ਜਿਹਦੇ ਮਨ 'ਚ ਸੱਚਾ ਪ੍ਰੇਮ ਹੈ ਸਿੱਖੀ ਦਾ ਤੇ ਗੁਰੂ ਪ੍ਰਤੀ ਹੈ, ਉਹ ਮਰਨਾ ਪਸੰਦ ਕਰੂ, ਇਹ ਕਦੇ ਸਹਿਣ ਨਹੀਂ ਕਰੂ ਵੀ ਸਾਡੀਆਂ ਅੱਖਾਂ ਦੇ ਸਾਹਮਣੇ ਆ ਕੁਛ ਹੋ ਜੀ। ਸੋ ਉੱਥੋਂ ਸੰਤਾਂ ਨੇ ਇੱਕ ਨਿਰਣਾ ਕੀਤਾ। ਇਹ ਜੋ ਨਿਰਣੇ ਹੁੰਦੇ ਨੇ, ਇਹ ਸਟੇਜਾਂ ਤੇ ਆ ਕੇ ਐਲਾਨੇ ਨਹੀਂ ਜਾਂਦੇ ਵੀ ਕਿੱਥੇ ਕਿਹਾ ਉਹਨਾਂ ਨੇ। ਇਸ ਤਰ੍ਹਾਂ ਨਹੀਂ ਹੁੰਦਾ, ਇਹ ਵਿਦਵਾਨਾਂ ਦਾ ਕੰਮ ਹੁੰਦਾ ਹੈ। ਉਹਦੇ ਅਮਲ ਦੇਖੋ, ਫਿਰ ਉਹਦੀ ਇੱਕ ਵਿਆਖਿਆ ਸਿਰਜੋ ਵੀ ਕਿਵੇਂ ਹੋਇਆ, ਕਿਉਂ ਹੋਇਆ ਹੈ। ਸੋ ਮੈਂ ਜਦੋਂ ਇਸ ਮਸਲੇ ਤੇ ਲਿਖਣ ਲੱਗਿਆ ਵੀ ਇੰਨੀ ਨੁਕਤਾਚੀਨੀ ਹੋ ਰਹੀ ਹੈ, ਇੰਨਾ ਵਿਰੋਧ ਹੋ ਰਿਹਾ ਕਿ ਸੰਤ ਨੂੰ ਉੱਥੇ ਨਹੀਂ ਸੀ ਜਾਣਾ ਚਾਹੀਦਾ, ਸਾਰਾ ਨੁਕਸਾਨ ਬਚ ਸਕਦਾ ਸੀ। ਆਖਰੀ ਦਮ ਤੱਕ ਬੰਦੇ, ਹੁਣ ਤਾਂ ਕਿਤਾਬਾਂ ਬਹੁਤ ਆ ਗਈਆਂ, ਵੱਡੇ ਅਫਸਰਾਂ ਨੇ ਲਿਖਤੀਆਂ, ਸਾਰੀਆਂ ਗੱਲਾਂ ਆ ਗਈਆਂ ਵੀ ਬੜੇ ਯਤਨ ਕੀਤੇ ਕਿ ਕਿਸੇ ਤਰ੍ਹਾਂ ਸੰਤ ਆਤਮ ਸਮਰਪਣ ਕਰ ਦੇਣ ਤਾਂ ਸਭ ਕੁਝ ਠੀਕ ਹੋ ਜਾਊਗਾ। ਪਰ ਸੰਤ ਅੜੇ ਰਹੇ ਇਸ ਗੱਲ ਦੇ ਉੱਤੇ ਕਿ ਨਹੀਂ। ਸੰਤ ਇੱਕ ਗੱਲ ਕਹਿੰਦੇ ਹੁੰਦੇ ਸੀ, ਮੈਂ ਅਰਦਾਸ ਕੀਤੀ ਹੈ, ਪਰਨ ਕੀਤਾ ਹੋਇਆ ਕਿ ਮੇਰਾ ਸਿਰ ਇੱਥੇ ਹੀ ਲੱਗੂਗਾ ਛੇਵੇਂ ਪਾਤਸ਼ਾਹ ਦੇ ਚਰਨਾਂ ਦੇ ਵਿੱਚ। ਹੁਣ ਉਹ ਸਿਰ ਦੇਣ ਦਾ ਕੋਈ ਉਂਝ ਸ਼ੌਕ ਨਹੀਂ ਸੀਗਾ ਵਾਧੂ ਦਾ,
ਸੋ ਸੰਤ ਇਸ ਨਿਰਣੇ ਤੇ ਪਹੁੰਚੇ ਕਿ ਕੌਮ ਦੇ ਵਿੱਚ ਜਿਹੜਾ ਸਿੱਖੀ ਦਾ ਪਿਆਰ ਤੇ ਜਜ਼ਬਾ ਕੁਮਲਾ ਗਿਆ, ਕਮਜ਼ੋਰ ਪੈ ਗਿਆ, ਜੇ ਉਹਨੂੰ ਮੁੜ ਕੇ ਮਜ਼ਬੂਤ ਕਰਨਾ ਹੈ, ਉਹ ਭਾਸ਼ਣਾਂ ਨਾਲ ਨਹੀਂ ਹੋਣਾ, ਨਿਰਿਆਂ ਨਾਲ। ਸਿੱਖ ਆਪਦੇ ਆਤਮਿਕ ਸੋਮੇ ਨਾਲ ਟੁੱਟ ਚੁੱਕਿਆ। ਜਦੋਂ ਸਿੱਖ ਆਤਮਿਕ ਸੋਮੇ ਨਾਲ ਟੁੱਟੂ, ਆਤਮਿਕ ਤੌਰ ਤੇ ਕਮਜ਼ੋਰ ਹੋਊ। ਜਦੋਂ ਆਤਮਿਕ ਤੌਰ ਤੇ ਕਮਜ਼ੋਰ ਹੋਊ, ਦੁਨਿਆਵੀ ਖਿੱਚਾਂ ਪੈਣਗੀਆਂ, ਪੈਸੇ ਦਾ ਲਾਲਚ ਵੀ ਆਊ, ਮੋਹ ਮਾਇਆ ਸਭ ਕੁਝ ਆਊ ਉਹਦੇ ਵਿੱਚ। ਸੋ ਸੰਤ ਨੇ ਨਿਰਣਾ ਕਰ ਲਿਆ ਕਿ ਕੌਮ ਆਪਦੇ ਆਤਮਿਕ ਸੋਮੇ ਨਾਲ ਟੁੱਟ ਚੁੱਕੀ ਹੈ, ਇਹਨੂੰ ਮੁੜ ਕੇ ਉਹ ਸੋਮੇ ਦੇ ਨਾਲ ਜੋੜਨਾ। ਹੁਣ ਉਹ ਸੋਮੇ ਨਾਲ ਜੋੜਨ ਵਾਸਤੇ ਉੱਥੇ ਸਿਰ ਦੇਣਾ ਜ਼ਰੂਰੀ ਸੀ, ਉੱਥੇ ਫੇਰ ਲੜਾਈ ਲੜਨੀ ਜ਼ਰੂਰੀ ਸੀ। ਜਿਹੜਾ ਕਹਿੰਦੇ ਆ ਮਹਿਤੇ ਚੌਕ ਬੈਠ ਕੇ ਲੜ ਲੈਂਦੇ ਸੰਤ, ਜੇ ਮਹਿਤੇ ਚੌਕ ਵੀ ਸ਼ਹੀਦ ਹੋ ਜਾਂਦੇ, ਕੌਮ ਦੇ ਵੱਡੇ ਸ਼ਹੀਦ ਫੇਰ ਵੀ ਰਹਿਣੇ ਸੀ। ਪਰ ਆ ਜੋ ਉਹਨਾਂ ਨੇ ਇੱਕ ਹਾਲਾਤ ਬਦਲ ਕੇ ਰੱਖਤਾ, ਉੱਥੇ ਹੋਈ ਸ਼ਹਾਦਤ ਨੇ। ਜਿਵੇਂ ਬਾਬਾ ਦੀਪ ਸਿੰਘ ਹੈ, ਬਾਬਾ ਦੀਪ ਸਿੰਘ ਬਠਿੰਡੇ ਵੀ ਲੜ ਸਕਦੇ ਸੀਗੇ, ਉੱਥੋਂ ਚੱਲ ਕੇ ਦਰਬਾਰ ਸਾਹਿਬ 'ਚ ਕਿਉਂ ਆਏ? ਉਹ ਸੀਸ ਆ ਕੇ ਪ੍ਰਕਰਮਾਂ 'ਚ ਹੀ ਕਿਉਂ ਡਿੱਗਿਆ? ਪਤਾ ਸੀ ਕਿ ਇੱਥੇ ਸਿਰ ਦੇਣ ਦੇ ਅਰਥ ਬਿਲਕੁਲ ਹੋਰ ਹੈ। ਸੋ ਬਾਬਾ ਦੀਪ ਸਿੰਘ ਉੱਥੇ ਵੀ ਸ਼ਹੀਦ ਹੋਏ ਹੁੰਦੇ, ਬਠਿੰਡੇ ਹੋਏ ਹੁੰਦੇ, ਕਿਤੇ ਹੋਰ ਹੋਏ ਹੁੰਦੇ, ਉਹ ਸਾਡੇ ਵਾਸਤੇ ਵੱਡੇ ਸ਼ਹੀਦ ਤਾਂ ਵੀ ਰਹਿਣੇ ਸੀ। ਪਰ ਸਾਡੇ ਮੂੰਹਾਂ 'ਚੋਂ ਜਿਵੇਂ ਹੁਣ ਨਿਕਲਦਾ ਧੰਨ ਧੰਨ ਬਾਬਾ ਦੀਪ ਸਿੰਘ, ਇਹ ਸ਼ਾਇਦ ਨਾ ਨਿਕਲਦਾ। ਇਹ ਦ੍ਰਿਸ਼ਟਾਂਤ ਸਿਰਜਣੇ ਪੈਂਦੇ ਆ। ਆਪਦਾ ਸਿਰ ਲੱਗ ਜਾਂਦਾ ਹੈ, ਪਰ ਜੇ ਕੌਮ ਨੂੰ ਬਚਾਉਣਾ ਹੈ, ਸੋ ਸੰਤਾਂ ਨੇ ਇਹ ਫੈਸਲਾ ਕੀਤਾ ਸੀ। ਜਿਹੜਾ ਉਹ ਗਾਉਂਦੇ ਸੀ ਨਾ, ਸਿਰ ਦਿੱਤਿਆਂ ਬਾਝ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਝ ਨਹੀਂ ਰਹਿਣਾ, ਉਹਦੇ 'ਚ ਇਹ ਵੀ ਸੀ ਸਿਰ ਕਿੱਥੇ ਦਿੱਤਾ ਜਾਵੇ। ਉਹਨਾਂ ਨੇ ਕੁਛ ਇਤਿਹਾਸਕਾਰਾਂ ਤੋਂ ਰਾਇਆਂ ਲਈਆਂ ਸੀ ਕਿ ਕਿਹੜੀ ਜਗ੍ਹਾ ਠੀਕ ਰਹੂਗੀ ਟੋਟਲ ਪ੍ਰਕਰਮਾਂ 'ਚੋਂ, ਬਾਬਾ ਦੀਪ ਸਿੰਘ ਵਾਲੀ ਜਾਂ ਆ ਜਾਂ ਆਓ। ਸੋ ਮੈਂ ਇਸ ਨਿਰਣੇ ਤੇ ਪਹੁੰਚਿਆ ਕਿ 1978 ਦੀ ਖੂਨੀ ਵਿਸਾਖੀ ਤੋਂ ਬਾਅਦ ਸੰਤਾਂ ਦਾ ਹਰ ਕਦਮ ਉਧਰ ਨੂੰ ਹੀ ਵੱਧ ਰਿਹਾ ਸੀ। ਉਹਦਾ ਹੋਰ ਕੋਈ ਵੀ ਅੰਤ ਹੋਣਾ ਨਹੀਂ ਸੀ। ਲੱਖ ਸੈਂਟਰ ਗੱਲਾਂ ਬਾਤਾਂ ਚੱਲੀਆਂ, ਆਪਾਂ ਤਾਂ ਕਹੇ ਨਾ ਅੜੀ ਰੱਖੀ ਸੰਤਾਂ ਨੇ। ਇਹ ਅੜੀ ਦੀ ਗੱਲ ਨਹੀਂ ਸੀ। ਜੇ ਕੌਮ ਨੂੰ ਬਚਾਉਣਾ ਸੀ, ਜੇ ਮੁੜ ਕੇ ਫੇਰ ਜੋ ਗੁਰੂ ਦਾ ਪ੍ਰੇਮ ਭਰਨਾ ਸੀ ਹਿਰਦਿਆਂ 'ਚ, ਤਾਂ ਇਹਦੇ ਵਾਸਤੇ ਉਹ ਸਿਰ ਦੇਣਾ ਜ਼ਰੂਰੀ ਸੀ। ਤੇ ਇਹ ਸਾਨੂੰ ਸਾਫ਼ ਪਤਾ ਦਿਸ ਗਿਆ ਬਾਅਦ ਦੇ ਵਿੱਚ। ਉਹੀ ਪੰਜਾਬ ਦੀ ਧਰਤੀ ਜਿੱਥੇ ਇਹ ਲੱਗਦਾ ਸੀ ਕਿ ਹੁਣ ਲੋਕ ਕਿੱਥੇ ਲੜ ਲੈਣਗੇ, ਜਿਹੜੇ 1978 'ਚ ਕੁਛ ਨਹੀਂ ਸੀ ਕਰ ਸਕੇ, ਐਡਾ ਵੱਡਾ ਖੂਨੀ ਕਾਂਡ ਵਰਤਾ ਗਿਆ ਸੀ ਬੰਦਾ, ਕੋਈ ਮੁਜ਼ਾਹਰਾ ਵੀ ਨਹੀਂ ਸੀ ਹੋਇਆ, ਕੁਛ ਨਹੀਂ ਸੀ ਹੋਇਆ ਆਮ ਲੋਕਾਂ ਵੱਲੋਂ, ਤਾਂ ਕਿਉਂਕਿ ਉਹ ਜਜ਼ਬਾ ਖਤਮ ਹੋ ਗਿਆ ਸੀ। ਸੰਤਾਂ ਨੇ ਉੱਥੇ ਸਿਰ ਦਿੱਤੇ, ਉਹਦਾ ਅਸਰ ਇੱਕਦਮ ਦੇਖੋ ਕੀ ਹੋਇਆ। ਕਿੱਡੀ ਵੱਡੀ ਲਹਿਰ ਉੱਠੀ, ਜਿੱਥੇ ਹਜ਼ਾਰਾਂ ਦੀ ਗਿਣਤੀ 'ਚ ਸਿੰਘਾਂ ਨੇ ਕਿਵੇਂ ਕੁਰਬਾਨੀਆਂ ਕੀਤੀਆਂ। ਆਮ ਸਿੰਘ ਸੀ, ਉਹੀ ਪਿੰਡਾਂ ਦੇ ਮੁੰਡੇ, ਕੋਈ ਕਾਲਜ ਪੜ੍ਹ ਰਿਹਾ, ਉਹ ਜ਼ਿੰਦਗੀ ਹੋਰ ਹੀ ਸੀਗੀ ਜਿਵੇਂ ਕਾਲਜ ਦੇ ਮੁੰਡਿਆਂ ਦੀ ਹੁੰਦੀ ਹੈ। ਕਿਸੇ ਨੇ ਆ ਕੇ ਕਿਹਾ ਨਹੀਂ, ਆਪਦੇ ਆਪ ਇੱਕ ਉਹ। ਸੋ ਇੰਨਾ ਹੁਣ ਤੁਸੀਂ ਆਪਾਂ ਦੇਖ ਰਹੇ ਹਾਂ ਸਾਰੇ ਹੀ, ਹੁਣ ਕਿੰਨਾ ਫਰਕ ਪੈ ਗਿਆ ਅੱਜ ਦੇ ਸਿੱਖ ਦਾ, ਕਿੰਨਾ ਗੁਰੂ ਪ੍ਰਤੀ ਪਿਆਰ ਵਧਿਆ। ਉਹ ਪੈਰ ਪੈਰ ਤੇ ਜ਼ਾਹਰ ਹੋ ਰਿਹਾ। ਐਡਾ ਵੱਡਾ ਕਿਸਾਨ ਅੰਦੋਲਨ ਉੱਠ ਹੀ ਨਹੀਂ ਸਕਦਾ ਸੀਗਾ ਜੇ ਉਹਦੇ ਪਿੱਛੇ ਕੰਮ ਕਰਦਾ। ਸਾਨੂੰ ਕਈ ਵਾਰ ਜਿਹੜੀਆਂ ਚੀਜ਼ਾਂ ਸਾਹਮਣੇ ਆਉਂਦੀਆਂ, ਮੀਡੀਆ 'ਚ ਆ ਗਈ, ਫੋਟੋਆਂ ਆ ਗਈਆਂ ਵੀ ਉਹ ਕਿਸਾਨ ਲੀਡਰ ਨੂੰ 32 ਜਥੇਬੰਦੀਆਂ, ਉੱਥੇ ਫਲਾਨਾ ਬੰਦਾ ਉਹੀ ਦਿਸੀ ਜਾਂਦਾ ਹੁੰਦਾ। ਉਹ ਬਥੇਰੇ ਸਾਲਾਂ ਦੇ ਤੁਰੇ ਫਿਰਦੇ ਸੀ ਇੱਥੇ, ਕਦੇ ਇਸ ਤਰ੍ਹਾਂ ਹੋਇਆ ਸੀ ਐਡਾ ਵੱਡਾ। ਤੇ ਉਹ ਤਾਂ ਦਿੱਲੀ ਜਾਣਾ ਵੀ ਨਹੀਂ ਸੀ ਚਾਹੁੰਦੇ, ਧੱਕੇ ਨਾਲ ਉਹਨਾਂ ਨੂੰ ਤਾਂ ਲਗਾਏ ਨੇ ਖਿੱਚ ਕੇ। ਸੋ ਨੌਜਵਾਨ ਪਹਿਲਾਂ ਚਲੇ ਗਏ ਸੀ 26 ਨਵੰਬਰ ਨੂੰ, ਉਹ ਤਾਂ ਉੱਥੇ ਬੈਠੇ ਲੱਤਾਂ ਫਸਾਈ ਬੈਠੇ ਸੀ ਕਿ ਆਪਾਂ ਇੱਥੋਂ ਨਹੀਂ ਜਾਣਾ, ਸ਼ੰਭੂ ਤੋਂ ਅੱਗੇ, ਉਧਰ ਖਨੌਰੀ ਤੋਂ ਅੱਗੇ, ਉਧਰ ਡੱਬ ਵਾਲੀ ਤੋਂ ਅੱਗੇ। ਉਹ ਤਾਂ ਬਾਅਦ 'ਚ ਲੱਤਾਂ ਘੜੀਸਦੇ ਆਏ ਨੇ ਬਾਅਦ ਦੇ ਵਿੱਚ।
ਸੋ ਉਹ ਚੀਜ਼ ਕੀ ਸੀ? ਉਹ ਆਹੀ ਸੀ ਸੰਤਾਂ ਨੇ ਜੋ ਸਿਰ ਦਿੱਤਾ, ਜੋ ਲੜਾਈ ਲੜੀ, ਉਹਦਾ ਅਸਰ ਕੌਮ ਤੇ ਪਿਆ ਸੀ ਕਿ ਦਿੱਲੀ ਨੂੰ ਲਲਕਾਰਨਾ ਸੀ ਜਾ ਕੇ। ਉਹ ਲਲਕਾਰਿਆ, ਸਭ ਨੂੰ ਪਤਾ ਹੈ। ਲਾਲ ਕਿਲੇ ਤੇ ਕੇਸਰੀ ਨਿਸ਼ਾਨ ਚਲਾਉਣਾ ਕਿਸੇ ਨੇ ਸੁਪਨੇ 'ਚ ਵੀ ਨਹੀਂ ਸੋਚਿਆ ਵੀ ਐਂ ਵੀ ਹੋ ਜੂ। ਕੋਈ ਰਾਤ ਬਰਾਤੇ ਚੋਰੀ ਛਿੱਪੇ ਜਾ ਕੇ ਚਲਾਇਆ ਹੋਵੇ। ਉੱਥੇ ਹਜ਼ਾਰਾਂ ਲੱਖਾਂ ਦਾ ਇਕੱਠ ਹੈ, ਠਾਠਾਂ ਮਾਰ ਰਿਹਾ, ਜਕਾਰੇ ਛੱਡੇ ਜਾ ਰਹੇ ਨੇ। ਹੁਣ ਉੱਥੇ ਫੇਰ ਉਹ ਮਰੀਅਲ ਦਲੀਲਾਂ ਵੀ ਫੇਰ ਕਿਹੜਾ ਖਾਲਿਸਤਾਨ ਬਣ ਗਿਆ। ਕਿੰਨੇ ਬੰਦੇ ਕਈ ਵਾਰ ਨੇ ਨਾ ਦਲੀਲਾਂ ਦੇ ਆ ਜਾਂਦੇ ਨੇ ਗੇਟ 'ਚ। ਹੁਣ ਜੇ ਆਪਾਂ ਸਵਾਲ ਕਰਨਾ ਹੋਵੇ ਵੀ ਸ਼ਹੀਦ ਭਗਤ ਸਿੰਘ ਨੇ ਬੰਬ ਸੁੱਟਿਆ ਅਸੈਂਬਲੀ 'ਚ ਸਿਰਫ ਪਟਾਕਾ ਪਾਉਣ ਵਾਸਤੇ, ਤੇ ਉਦਣ ਦੇਸ਼ ਆਜ਼ਾਦ ਹੋ ਗਿਆ ਸੀ। ਊਧਮ ਸਿੰਘ ਨੇ ਜਨਰਲ ਡਾਇਰ ਮਾਰਿਆ, ਉਦੋਂ ਬਾਅਦ ਹਕੂਮਤ ਖਤਮ ਹੋ ਗਈ ਸੀ ਗੋਰਿਆਂ ਦੀ। ਇਹ ਨਹੀਂ ਕਿ ਉਹਦੀ ਕੁਛ ਹੋ ਜਾਊਗਾ, ਪਰ ਉਹ ਨੇ ਕੇਸਰੀ ਨਿਸ਼ਾਨ ਚਲਾਇਆ ਜਿਹੜਾ ਉਹਨੇ ਫਰਕ ਕੀ ਪਾਇਆ ਸਭ ਨੂੰ ਪਤਾ ਹੈ। ਐਵੇਂ ਚੀਕਾਂ ਨਹੀਂ ਨਿਕਲੀਆਂ ਸਾਰੇ ਮੀਡੀਆ ਦੀਆਂ, ਸਾਰੀ ਸਰਕਾਰ ਦੀਆਂ। ਜਿਹੜਾ ਦੀਪ ਸਿੱਧੂ ਨੂੰ ਖਲਨਾਇਕ ਤੇ ਰਾਖਸ਼ ਬਣਾ ਕੇ ਪੇਸ਼ ਕੀਤਾ, ਇੱਕ ਸਧਾਰਨ ਐਕਟਰ ਮੁੰਡਾ ਹੈ, ਕੁਛ ਨਹੀਂ, ਪਰ ਕਿੱਡਾ ਖਤਰਾ ਦਿਸਿਆ ਉਹਨੂੰ, ਕਿਉਂਕਿ ਉਹ ਇੱਕ ਪ੍ਰਤੀਕ ਬਣ ਕੇ ਉੱਭਰਿਆ ਆ ਬਗਾਵਤ ਦਾ, ਰੋਹ ਦਾ, ਤੇ ਸਿੱਖਾਂ ਦੀਆਂ ਜੋ ਪੋਲੀਟੀਕਲ ਐਸਪੀਰੇਸ਼ਨਸ ਰੀਝਾਂ, ਸੋਵਰੇਨਿਟੀ, ਪਾਤਸ਼ਾਹੀ ਦਾਵਾ ਕਿ ਕਿਸੇ ਦੀ ਗੁਲਾਮੀ ਨਹੀਂ ਕਬੂਲ ਕਰਨੀ। ਤੇ ਸੰਤਾਂ ਨੇ ਸਾਰੀਆਂ ਸਪੀਚਾਂ 'ਚ ਇਹੀ ਜ਼ੋਰ ਲਾਇਆ ਸੀ ਕਿ ਸਿੱਖ ਕਦੇ ਮੌਤ ਤੋਂ ਡਰਦਾ ਨਹੀਂ, ਜਿਹੜਾ ਮੌਤ ਤੋਂ ਡਰ ਗਿਆ ਉਹ ਸਿੱਖ ਨਹੀਂ। ਬਸ ਹੁਣ ਇਹਦੇ 'ਚ ਕੋਈ ਗੁੰਝਲ ਨਹੀਂ, ਕੋਈ ਔਖੀ ਵੀ ਗੱਲ ਨਹੀਂ। ਤੇ ਬੰਦੇ ਕਿੰਨੇ ਡਰਦੇ ਆ ਇਹਦੇ ਬਾਵਜੂਦ। ਗੱਲ ਉੱਥੇ ਹੀ ਹੈ। ਇਹ ਗੱਲ ਪਤਾ ਹੈ, ਪਰ ਅੰਦਰ ਉਹ ਪ੍ਰੇਮ ਹੈ ਨਹੀਂ ਗੁਰੂ ਦਾ ਪ੍ਰਤੀ ਜਿਹੜਾ ਤੁਹਾਨੂੰ ਉਸ ਮੁਕਾਮ ਤੱਕ ਲੈ ਕੇ ਜਾਂਦਾ। ਤੇ ਉਹ ਸਿਰ ਦੇਣੇ ਪੈਂਦੇ ਨੇ। ਫਿਰ ਇਹ ਸਿਲਸਿਲਾ ਚੱਲੂ ਜਿੰਨਾ ਚਿਰ ਕੌਮ ਆਪਣਾ ਘਰ ਸਥਾਪਿਤ ਨਹੀਂ ਕਰ ਲੈਂਦੀ। ਇਹ ਮੁੱਕਿਆ ਨਹੀਂ, ਇਹ ਰੁਕਿਆ ਨਹੀਂ। ਸੋ ਇਹ ਚੱਲ ਰਿਹਾ ਨਿਰੰਤਰ, ਲਗਾਤਾਰ। ਸੋ ਸਮਾਂ ਜਿੰਨਾ ਕੁ ਮੈਨੂੰ ਦਿੱਤਾ ਗਿਆ ਸੀ ਉਹ ਪੂਰਾ ਹੋ ਗਿਆ। ਤੇ ਉਂਝ ਵੈਸੇ ਮੇਰਾ ਜੀ ਕਰਦਾ ਸੀ ਆਪਾਂ ਜੇ ਮੌਕਾ ਮਿਲਿਆ ਕਿਸੇ ਫੇਰ ਜਿਹੜੀ ਜੰਗ ਲੜੀ ਗਈ, ਆਪਾਂ ਨੂੰ ਬੜਾ ਆਪਾਂ ਮੋਟਾ ਜਿਹਾ ਕਹਿ ਦਿੰਦੇ ਆ ਵੀ ਯਾਰ ਬੜੀ ਬਹਾਦਰੀ ਦਿਖਾਈ। ਉਹਦੀ ਜਦੋਂ ਇੱਕ ਇੱਕ ਡਿਟੇਲ ਦੇਖਾਂਗੇ ਨਾ, ਬੰਦਾ ਹੁੰਦਾ ਵੀ ਅਨਬਲੀਵੇਬਲ, ਐਂ ਕਿਵੇਂ ਹੋ ਗਿਆ, ਐਂ ਹੋ ਸਕਦਾ, ਕਿਤੇ ਵਧਾ ਚੜਾ ਕੇ ਤਾਂ ਨਹੀਂ ਪੇਸ਼ ਹੋ ਰਹੀ ਗੱਲ। ਇਸ ਤਰ੍ਹਾਂ ਹੀ ਵਾਪਰਦਾ ਹੁੰਦਾ। ਜਿਹੜੀਆਂ ਚੀਜ਼ਾਂ ਵਿਸ਼ਵਾਸ ਕਰਨ ਯੋਗ ਨਹੀਂ ਹੁੰਦੀਆਂ ਉਹ ਵਾਪਰਦੀਆਂ ਉਦੋਂ। ਉਹ ਸੰਤਾਂ ਨੇ ਕਰਕੇ ਦਿਖਾਇਆ। ਐਵੇਂ ਨਹੀਂ ਸੰਤਾਂ ਦੀਆਂ ਜਗ੍ਹਾ ਜਗ੍ਹਾ ਤਸਵੀਰਾਂ ਬਣਦੀਆਂ ਤੇ ਟੀ-ਸ਼ਰਟਾਂ ਤੇ ਫੋਟੋਆਂ ਛਪਦੀਆਂ। ਇਹ ਹਰ ਇੱਕ ਦਾ ਨਹੀਂ ਹੁੰਦਾ। ਲੌਂਗੋਵਾਲ ਨੂੰ ਦੇਖਿਆ ਕਦੇ ਕਿਸੇ ਨੇ? ਲੌਂਗੋਵਾਲ ਦਾ ਇਸ਼ਤਿਹਾਰ ਕਿਸੇ ਘਰ 'ਚ ਲੌਂਗੋਵਾਲ ਦਾ ਇਸ਼ਤਿਹਾਰ ਹੋਵੇ? ਡਿਕਟੇਟਰ ਤਾਂ ਉਹ ਸੀ, ਗੋਲੀ ਉਹਦੇ ਵੀ ਵੱਜੀ ਹੈ, ਉਹਨਾਂ ਦੇ ਹਿਸਾਬ ਨਾਲ ਜਾਨ ਉਹਨੇ ਵੀ ਦੇਤੀ। ਗੇਰਾਂ ਬੱਟੇ ਨਹੀਂ ਪੁੱਛਿਆ ਕੌਮ ਨੇ। ਕੌਮ ਨੂੰ ਪਤਾ ਇੱਕ ਸੋਝੀ ਹੈ ਕੌਮ ਨੂੰ, ਕਿਹਦੀ ਜਾਨ ਸਹੀ ਜਾ ਰਹੀ ਹੈ, ਕਿਹਦੀ ਗਲਤ ਜਾ ਰਹੀ ਹੈ, ਕੌਣ ਕਿੱਧਰ ਖੜਾ ਹੈ। ਇਹ ਕੌਮ ਆਪੇ ਲਕੀਰ ਖਿੱਚ ਲੈਂਦੀ ਹੈ। ਦੀਪ ਸਿੱਧੂ ਨੂੰ ਕਿੰਨਾ ਬਦਨਾਮ ਕਰਨ ਦੀ ਮੁਹਿੰਮ ਚੱਲੀ, ਪਰ ਕੌਮ ਨੇ ਫੈਸਲਾ ਕਰ ਲਿਆ ਸੀ ਕਿ ਜੋ ਮਰਜ਼ੀ ਕਰ ਲਓ, ਉਹ ਸਾਡਾ ਨਾਇਕ ਹੈ। ਉਹ ਦੇਤੀ ਸੀ ਜਗ੍ਹਾ ਉਹਨੂੰ। ਉਹਦੀ ਮੌਤ ਤੋਂ ਬਾਅਦ ਉਹਦੇ ਸੰਸਕਾਰ ਤੇ ਉਹਦੇ ਭੋਗ ਤੇ ਅੱਜ ਵੀ ਜਗ੍ਹਾ ਜਗ੍ਹਾ ਤੁਸੀਂ ਦੇਖ ਰਹੇ ਹੋ। ਸੋ ਇਸ ਤਰ੍ਹਾਂ ਕੌਮਾਂ ਜਿਉਂਦੀਆਂ ਰਹਿੰਦੀਆਂ ਤੇ ਇਸ ਤਰ੍ਹਾਂ ਅੱਗੇ ਵੱਧਦੀਆਂ। ਇਹ ਜਜ਼ਬਾ ਨਹੀਂ ਮਰਨ ਦੇਣਾ ਚਾਹੀਦਾ ਤੇ ਇਹਦੇ ਵਾਸਤੇ ਕੁਰਬਾਨੀਆਂ ਵੀ ਦੇਣੀਆਂ ਪੈਣਗੀਆਂ। ਸੋ ਇੰਨੀਆਂ ਕੁ ਮੈਂ ਅੱਜ ਤੁਹਾਡੇ ਨਾਲ ਵਿਚਾਰਾਂ ਸਾਂਝੀਆਂ ਕਰਨੀਆਂ ਸੀਗੀਆਂ। ਬਾਕੀ ਕਦੇ ਫੇਰ ਮੌਕਾ ਮਿਲਿਆ
ਤਾਂ ਫਿਰ ਆਪਾਂ ਕੁਝ ਹੋਰ ਪੱਖਾਂ ਬਾਰੇ ਚਰਚਾ ਕਰਾਂਗੇ।